खबरसार प्रोग्राम ਵਿੱਚ ਅੱਜ ਅਸੀਂ ਗੱਲ ਕਰਾਂਗੇ ਕਾਫੀ ਮਹੱਤਵਪੂਰਨ ਮੁੱਦੇ ਉੱਤੇ ਜਿਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਵਿੱਚ ਵਿਵਾਦ ਵੇਖਣ ਨੂੰ ਮਿਲਿਆ। ਅਸੀਂ ਗੱਲ ਕਰ ਰਹੇ ਹਾਂ ਜਰਨੈਲ ਸਿੰਘ ਭਿੰਡਰਾਂਵਾਲਾ ਜਿਹਨੂੰ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਪੋਰਟਰੇਟ ਲਗਾਇਆ ਗਿਆ ਐਸਜੀਪੀਸੀ ਦੇ ਅਜਾਇਬ ਘਰ ਅੰਮ੍ਰਿਤਸਰ ਵਿਖੇ ਤੇ ਉਸ ਤੋਂ ਬਾਅਦ ਇੱਕ ਵਿਵਾਦ ਖੜਾ ਹੋਇਆ। ਕਾਂਗਰਸ ਨੇ ਇਸ ਗੱਲ ਨੂੰ ਲੈ ਕੇ ਰਾਜਪਾਲ ਤੇ ਕੇਂਦਰ ਸਰਕਾਰ ਤੋਂ ਸ਼ਿਕਾਇਤ ਕਰ ਦਿੱਤੀ, ਲੇਕਿਨ ਇਸ ਮਾਮਲੇ ਤੇ ਹੁਣ ਕਾਂਗਰਸ ਬੈਕਫੁੱਟ ਤੇ ਆ ਗਈ। ਇੱਕ ਤਰੀਕੇ ਨਾਲ ਉਸ ਤਰੀਕੇ ਦੀ ਵਿਰੋਧਤਾ ਨਹੀਂ ਰਹੀ ਜੋ ਕਿ ਸ਼ੁਰੂਆਤ ਦੇ ਵਿੱਚ ਹੋਈ ਸੀ। ਇਸ ਦੇ ਨਾਲ ਹੀ ਜਿਹੜੀ प्रमुख धिरां हैगियां ने श्रोमणी अकाली दल ते बीजेपी वो इस मामले से शुरू तो ही काफी लो लाई कर रहे हैं। एसजीपीसी वालों पोर्ट्रेट इंस्टॉल किया गया तो उस तो बाद एक किस्म की डिबेट शुरू हुई आखिर ਭਿੰਡਰਾਂਵਾਲੇ ਸੀ ਕੀ ਉਹ ਇੱਕ ਸੰਤ ਸਨ ਜੋ ਕਿ ਉਹਨਾਂ ਦੇ ਟਾਈਟਲ ਨਾ ਦੇ ਕੇ ਪਹਿਲੇ ਲਾਇਆ ਜਾਂਦਾ ਰਿਹਾ ਜਾਂ ਕੋ ਅੱਤਵਾਦੀ ਜਿਸ ਨਜ਼ਰ ਨਾਲ ਪੂਰੀ ਦੁਨੀਆ ਨੇ ਜਾਂ ਪੂਰੇ ਹਿੰਦੁਸਤਾਨ ਨੇ ਘੱਟੋ ਘੱਟ ਉਹਨਾਂ ਨੂੰ ਦੇਖਿਆ ਜੇ ਆਪਾਂ ਪੰਜਾਬ ਨੂੰ ਇੱਕ ਵੱਖਰੀ ਯੂਨਿਟ ਦੇ ਰੂਪ ਵਿੱਚ ਵੀ ਉਸ ਪੁਆਇੰਟ ਆਫ ਵਿਊ ਨਾਲ ਦੇਖੀਏ। ਅੱਜ ਇਸ ਗੱਲ ਤੇ ਗੱਲਬਾਤ ਕਰਾਂਗੇ ਕਿ ਵੱਡਾ ਕਿਰਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਕੀ ਸੀਗਾ। ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਪ੍ਰੋਫੈਸਰ ਬਲਵੰਤ ਜੀ ਮੌਜੂਦ ਨੇ ਜੋ ਕਿ ਸਕੱਤਰ ਹੈਗੇ ਨੇ ਕਮਿਊਨਿਸਟ ਪਾਰਟੀ ਮਾਰਕਸਿਸਟ ਪੰਜਾਬ ਯੂਨਿਟ ਦੇ। ਇਹਨਾਂ ਨਾਲ ਸਾਡੇ ਬੈਠੇ ਨੇ ਅੱਜ ਪੈਨਲ ਵਿੱਚ ਭਾਈ ਮੋਹਕਮ ਸਿੰਘ ਜੋ ਕਿ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਨੇ ਤੇ ਕਨਵੀਨਰ ਹੈਗੇ ਨੇ ਖਾਲਸਾ ਐਕਸ਼ਨ ਕਮੇਟੀ ਦੇ ਤੇ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਐਡੀਟਰ ਸੰਤ ਸਿਪਾਹੀ ਪੂਰੇ ਮਾਮਲੇ ਦਾ ਵਿਸ਼ਲੇਸ਼ਣ ਕਰਨ ਲਈ ਆ ਸਾਡੇ ਨਾਲ ਮੌਜੂਦ ਨੇ। ਸ਼ੁਰੂਆਤ ਕਰਾਂਗੇ ਭਿੰਡਰਾਂਵਾਲੇ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਕੁਝ ਸਾਲ ਪਹਿਲਾਂ, ਹੁਣ ਉਹਨਾਂ ਦਾ ਪੋਰਟਰੇਟ ਲਾਇਆ ਗਿਆ। ਕਾਂਗਰਸ ਨੇ ਸ਼ੁਰੂਆਤ ਵਿੱਚ ਤੇਵਰ ਦਿਖਾਇਆ ਲੇਕਿਨ ਹੁਣ ਉਹ ਬੈਕਫੁੱਟ ਤੇ ਇੱਕ ਤਰੀਕੇ ਨਾਲ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ। ਕੋਈ ਪ੍ਰਮੁੱਖ ਸਿਆਸੀ ਪਾਰਟੀ ਇਸ ਮੁੱਦੇ ਦੀ ਗੱਲ ਨਹੀਂ ਕਰਨਾ ਚਾਹੁੰਦੀ ਲੇਕਿਨ ਅੱਜ ਦੀ ਤਰੀਕ ਵਿੱਚ ਇੱਕ ਦੁਚੇਤੀ ਹੈ ਇੱਕ ਬਹੁਤ ਵੱਡੇ ਸਮਾਜ ਦੇ ਵਿੱਚ ਉਹ ਭਾਵੇਂ ਇੱਕ ਸਿੱਖ ਸਮਾਜ ਨਾ ਹੋਵੇ ਲੇਕਿਨ ਹਿੰਦੁਸਤਾਨ ਦੀ ਜਨਤਾ ਜਾਣਨਾ ਚਾਹੁੰਦੀ ਵੀ ਭਿੰਡਰਾਂਵਾਲੇ ਨੂੰ ਕੀ ਟ੍ਰੀਟ ਕੀਤਾ ਜਾਣਾ ਚਾਹੀਦਾ ਹੈ। ਮੇਰੇ ਖਿਆਲ ਵਿੱਚ ਕਾਂਗਰਸ ਭਾਜਪਾ ਅਕਾਲੀ ਜਾਂ ਇਹ ਕਾਮਰੇਡ ਜਾਂ ਜੋ ਵੀ ਪਾਰਟੀਆਂ ਹੈ ਇਹਨਾਂ ਨੂੰ ਇਹਦੇ ਵਿੱਚ ਵਿਖਾਉਣਾ ਵੀ ਇਹ ਕੀ ਕਹਿ ਰਹੀਆਂ ਕੀ ਨਹੀਂ ਇਹ ਗਲਤ ਵੈਸੇ ਮੂਲੋਂ ਹੀ ਗਲਤ ਹੈ ਔਰ ਇਹਨਾਂ ਦਾ ਵਿੱਚ ਇਹਦੀ ਦਖਲਅੰਦਾਜ਼ੀ ਜਾਂ ਇਹਨਾਂ ਦੀ ਸੋਚ ਵੈਸੇ ਹੀ ਗਲਤ ਹੈ। ਇਹ ਹੈਗਾ ਜੀ ਸਿੱਖਾਂ ਦਾ ਅੰਦਰੂਨੀ ਮਸਲਾ, ਸਿੱਖ ਕੌਮ ਦਾ ਧਾਰਮਿਕ ਮਾਮਲਾ, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ ਨੇ ਔਰ ਉਸ ਵਿਅਕਤੀ ਨੇ ਕਣਖ ਗੈਰ ਤੇ ਰਹਿੰਦਿਆਂ ਹੋਇਆਂ ਹਰਮੰਦਰ ਸਾਹਿਬ ਦੇ ਅੰਦਰ ਆਪਣੀ ਸ਼ਹਾਦਤ ਦਿੱਤੀ ਹੈ। ਅੰਦਰੂਨੀ ਮਾਮਲੇ ਦਾ ਮਤਲਬ ਮੈਂ ਜਾਣਨਾ ਚਾਹਾਂਗਾ ਵੀ ਉਹ ਕੀ ਆਪਾਂ ਇਹ ਕਹੀ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਲਈ ਸ਼ਹੀਦ ਸੀ ਤੇ ਹਿੰਦੁਸਤਾਨ ਦੇ ਹੋਰ ਧਰਮਾਂ ਤੇ ਹੋਰ ਸੂਬਿਆਂ ਲਈ ਉਹ ਇੱਕ ਅੱਤਵਾਦੀ ਸੀ ਆਪਾਂ ਕੀ ਨਾ ਕਹਿੰਦੇ ਆਪਾਂ ਜਦੋਂ ਇਸ ਚੀਜ਼ ਨੂੰ ਆਪਾਂ ਇੰਡੀਵਿਜੂਅਲਾਈਜ਼ ਕਰ ਲੈਂਦੇ ਇੰਟਰਨਲ ਮੈਟਰ ਹੈ ਉਹਦਾ ਮਤਲਬ ਕੀ ਜਿੱਥੋਂ ਤੱਕ ਤਾਂ ਸੰਤ ਜਰਨੈਲ ਸਿੰਘ ਇੱਕ ਸਿੱਖ ਹੈ ਉੱਥੋਂ ਤੱਕ ਸਿੱਖਾਂ ਵਾਸਤੇ ਉਹ ਇੱਕ ਬਹੁਤ ਵੱਡੀ ਚੀਜ਼ ਹੈ। ਜਿੱਥੋਂ ਤੱਕ ਬਾਕੀ ਦੇ ਹਿੰਦੁਸਤਾਨ ਦੇ ਲੋਕ ਨੇ ਉਹਨਾਂ ਤੱਕ ਜਿਵੇਂ ਜਿਵੇਂ ਸਮਾਂ ਆਏਗਾ ਜਦੋਂ ਉਹਦੀ ਚੰਗੀ ਤਰ੍ਹਾਂ ਪੜਚੋਲ ਕਰਨਗੇ ਉਹ ਖੋਜਣਗੇ ਔਰ ਉਹ ਸੋਚਣਗੇ ਕਿ ਉਸ ਸਮੇਂ ਪਾਰਟੀਆਂ ਦਾ ਰੋਲ ਗਲਤ ਸੀ ਸੰਤ ਜਰਨੈਲ ਸਿੰਘ ਦਾ ਰੋਲ ਠੀਕ ਸੀ। ਉਹਨੇ ਦੱਬੇ ਤਾਂ ਕਰਨਗੇ ਨਾ ਜਦ ਤੁਸੀਂ ਇਹ ਕਹਿਣਾ ਬੰਦ ਕਰੋਗੇ ਵੀ ਸਾਡਾ ਅੰਦਰੂਨੀ ਮਾਮਲਾ ਹੈਗਾ। ਦੇਖੋ ਯਾਨੀ ਜਦ ਤੁਹਾਡਾ ਅੰਦਰੂਨੀ ਮਾਮਲਾ ਹੈਗਾ ਤਾਂ ਬਾਹਰਲਾ ਬੰਦਾ ਕਿਉਂ ਸੋਚੇ ਉਹ ਕਹੇਗਾ ਵੀ ਠੀਕ ਹੈ ਤੁਸੀਂ ਖੁਦ ਆਪਣੇ ਆਪ ਨੂੰ ਆਈਸੋਲੇਟ ਕਰਕੇ ਦੇਖੋ ਸੰਤ ਜਰਨੈਲ ਸਿੰਘ ਨੇ ਜਿਹੜਾ ਉਸ ਸਮੇਂ ਰੋਲ ਅਦਾ ਕੀਤਾ ਅੱਜ ਅਸੀਂ ਜਿਹੜੀਆਂ ਮੰਗਾਂ ਸਨ ਰੇਡੀਓ ਸਟੇਸ਼ਨ ਲਾ ਦਿਓ ਜੀ ਉਹ ਕਰ ਦਿਓ ਵੱਧ ਅਧਿਕਾਰ ਦੇ ਦਿਓ ਪਾਣੀਆਂ ਦੀ ਗੱਲ ਅਨੰਦਪੁਰ ਦੇ ਮਤੇ ਦੀ ਇਹੀ ਗੱਲਾਂ ਸੀ। ਉਹੀ ਅਨੰਦਪੁਰ ਦਾ ਮਤਾ ਜਿਹਨੂੰ ਰਾਜੀਵ ਲੋਂਗੋਵਾਲ ਸਮਝੌਤੇ ਵਿੱਚ ਲੈ ਕੇ ਆਂਦਾ ਉਹੀ ਮਤਲਬ ਅੱਜ ਰੇਡੀਓ ਟੀਵੀ ਜਿਹੜੇ ਘਰ ਘਰ ਲੱਗੇ ਹੋਏ ਨੇ ਜੇ ਉਸ ਬੰਦੇ ਦੀ ਸੋਚ ਸਾਡੇ ਤੋਂ ਅੱਗੇ ਸੀ ਤੇ ਅਸੀਂ ਇਹ ਨਹੀਂ ਸੀ ਉਹਦੇ ਨਾਲ ਗੱਲਬਾਤ ਕਰਕੇ ਉਹਨਾਂ ਮਸਲੇ ਨੂੰ ਹੱਲ ਕਰਨ ਦੀ ਗੱਲ ਕਰਦੇ ਬਲਕਿ ਅਸੀਂ ਤੋਪਾਂ ਟੈਂਕ ਚੜਾ ਦਿੱਤੇ। ਮੈਂ ਬਿਲਕੁਲ ਪ੍ਰੋਫੈਸਰ ਸਾਹਿਬ ਨਾਲ ਬਲਵੰਤ ਜੀ ਨਾਲ ਸਹਿਮਤ ਹਾਂ। ਜਿਹੜੀ ਇਹਨਾਂ ਨੇ ਗੱਲ ਕਹੀ ਕੋਈ ਐਸੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕੋਈ ਕੰਟਰੋਵਰਸੀ ਹੋਏ ਜਿਹੜੀ ਚੀਜ਼ ਵਿਵਾਦ ਪੈਦਾ ਕਰੇ। ਪਰ ਵੇਖਣ ਵਾਲੀ ਗੱਲ ਇਹ ਹੈ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ 3 ਅਸੂਲ ਦਿੱਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਦੋਂ ਇਹ ਅਸੂਲ ਦਿੱਤੇ ਔਰ ਜਿਨ੍ਹਾਂ ਨੂੰ ਇਸ ਅਸੂਲ ਨਾਲ ਤਕਲੀਫ ਹੋਈ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕੀਤਾ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਸ਼ਹੀਦ ਕੀਤਾ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਇਹਦਾ ਮਤਲਬ ਹੈਗਾ ਕਿ ਅਮਨ ਤਾਂ ਹੁੰਦਾ ਹੈ ਜੇ ਸਰਕਾਰ ਦੀ ਸਾਰੀ ਗੱਲ ਮੰਨੀ ਜਾਏ। ਜਿਹੜੀ ਚੀਜ਼ ਸਰਕਾਰ ਨੂੰ ਚੰਗੀ ਨਾ ਲੱਗੇ ਭਾਵੇਂ ਉਹ ਕਿਸੇ ਦਾ ਡਰੈਸ ਹੋਏ ਭਾਵੇਂ ਕਿਸੇ ਦੇ ਪੂਜਾ ਦਾ ਸਾਧਨ ਹੋਏ ਭਾਵੇਂ ਕਿਸੇ ਦੇ ਵਿਧਾਨ ਹੋਏ ਭਾਵੇਂ ਕਿਸੇ ਦੀ ਸਵਾਰੀ ਕਰਨਾ ਹੋਏ ਉਹਨਾਂ ਨੂੰ ਉਸ ਜਿਹੜੀ ਹੈਗੀ ਹੈ ਪੋਲਿਟਿਕਸ ਨਜ਼ਰ ਆਉਂਦੀ ਹੈ ਉਹ ਸ਼ਾਂਤੀ ਦੇ ਵਿੱਚ ਭੰਗ। ਗੁਰੂ ਅਰਜਨ ਦੇਵ ਜੀ ਬਾਰੇ ਹਰਮੰਦਰ ਸਾਹਿਬ ਦੇ ਬਾਰੇ ਇਹ ਕਿਹਾ ਗਿਆ ਜਹਾਂਗੀਰ ਵੱਲੋਂ ਕਿ ਇਹ ਦੁਕਾਨੇ ਬਾਤਲ ਹੈ ਝੂਠ ਦੀ ਦੁਕਾਨ ਹੈ ਔਰ ਇਹ ਵੀ ਸਹੀ ਹੈ ਕਿ ਇਸ ਸਦੀ ਦੇ ਵਿੱਚ ਵੀ ਸ਼ੁਰੂ ਦੇ ਵਿੱਚ ਆਜ਼ਾਦੀ ਦੇ ਬਾਅਦ ਇਹ ਕਿਹਾ ਗਿਆ ਇੱਕ ਪਾਰਟੀ ਵੱਲੋਂ ਕਿ ਜੇ ਹਿੰਦੁਸਤਾਨ ਦਾ ਮਸਲਾ ਹੱਲ ਕਰਨਾ ਹੈ ਫੂਡ ਪ੍ਰੋਬਲਮ ਤੇ ਹਰਮੰਦਰ ਸਾਹਿਬ ਵਿੱਚ ਝੋਨਾ ਬੀਜ ਦਿੱਤਾ ਜਾਏ। ਇਹਦਾ ਮਤਲਬ ਇਹ ਹੋ ਗਿਆ ਕਿ ਹਰਮੰਦਰ ਸਾਹਿਬ ਨੂੰ ਕੈਰੀ ਅੱਖ ਨਾਲ ਦੇਖਿਆ ਜਾਂਦਾ ਹੈ। ਜੇ ਇਹ ਧਰਮ ਦੀ ਗੱਲ ਵਿੱਚੋਂ ਖਤਮ ਕਰ ਦਿੱਤੀ ਜਾਏ ਤੇ ਫਿਰ ਠੀਕ ਹੈ ਪਰ ਜੇ ਸਰਕਾਰ ਇਹਦਾ ਮਤਲਬ ਹੈ ਧਰਮ ਦਾ ਮਾਮਲਾ ਸੀ ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਧਰਮ ਦੇ ਆਈਕਨ ਹੈ। ਬਾਬਾ ਦੀਪ ਸਿੰਘ ਧਰਮ ਦੀ ਖਾਤਰ ਸ਼ਹੀਦ ਹੋਏ ਬਾਬਾ ਗੁਰਬਖਸ਼ ਸਿੰਘ ਧਰਮ ਦੀ ਖਾਤਰ ਸ਼ਹੀਦ ਹੋਏ ਹਰਮੰਦਰ ਸਾਹਿਬ ਦੀ ਰਾਖੀ ਲਈ ਦੋਨੋਂ ਸ਼ਹੀਦ ਹੋਏ ਔਰ ਇਹਨਾਂ ਦੋਨਾਂ ਦੀ ਯਾਦਗਾਰਾਂ ਹਰਮੰਦਰ ਸਾਹਿਬ ਦੇ ਵਿੱਚ ਹੈ। ਸੰਤ ਜਰਨੈਲ ਸਿੰਘ ਉਸੇ ਟਕਸਾਲ ਦੇ ਵਿੱਚ ਮੈਂ ਦੁਬਾਰਾ ਆਵਾਂਗਾ ਤੁਹਾਡੀ ਗੱਲ ਬੜੀ ਇੰਪੋਰਟੈਂਟ ਹੈ। ਸਰਕਾਰਾਂ ਦੇ ਰੋਲ ਕਾਫੀ ਜ਼ਿਆਦਾ ਅਹਿਮ ਰਹੇ ਨੇ ਉਦੋਂ ਵੀ ਰਹੇ ਜਦੋਂ ਕਿ ਇਹ ਪੂਰਾ ਘਟਨਾਕ੍ਰਮ ਚੱਲਦਾ ਪਿਆ ਸੀ ਅੱਜ ਵੀ ਜਦੋਂ ਪੂਰਾ ਘਟਨਾਕ੍ਰਮ ਚੱਲ ਰਿਹਾ ਜਾਂ ਸ਼ਾਇਦ ਇਸ ਨੂੰ ਉਨੀ ਤਰਜੀਹ ਨਹੀਂ ਦਿੱਤੀ ਜਾ ਰਹੀ ਲੇਕਿਨ
ਵੱਡਾ ਸਵਾਲ ਉਹੀ ਹੈ ਵੀ ਲੋਕਾਂ ਦੀ ਸਾਈਕੀ, ਸਿੱਖਾਂ ਦੀ ਸਾਈਕੀ ਹੀ ਨਹੀਂ ਬਲਕਿ ਹਿੰਦੂ ਜਾਂ ਉਹ ਸਾਰੇ ਵਰਗ ਜੋ ਕਿ ਕਿਤੇ ਨਾ ਕਿਤੇ ਇਸ ਘਟਨਾਕ੍ਰਮ ਨੂੰ ਦੇਖਦੇ ਨੇ ਜਾਂ ਇਸ ਦੇ ਬਾਰੇ ਆਪਣੀ ਇੱਕ ਰਾਏ ਬਣਾਉਂਦੇ ਨੇ, ਉਹਨਾਂ ਲਈ ਜਾਣਨਾ ਬਹੁਤ ਜ਼ਰੂਰੀ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰੋਲ ਕੀ ਸੀ, ਉਹ ਕੀ ਸ਼ਖਸੀਅਤ ਸਨ ਤੇ ਉਹਨਾਂ ਦੇ ਰੋਲ ਨੂੰ ਕਿਸ ਤਰੀਕੇ ਨਾਲ ਕਿਸ ਲਾਈਟ ਦੇ ਵਿੱਚ ਐਕਸਪਲੇਨ ਕੀਤਾ ਜਾ ਸਕਦਾ ਹੈ। ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਸਾਡੀ ਗੱਲਬਾਤ ਚੱਲਦੀ ਪਈ ਹੈ ਇੱਕ ਪੋਰਟਰੇਟ ਵਿਵਾਦ ਜੋ ਕਿ ਹਾਲ ਵਿੱਚ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪੋਰਟਰੇਟ ਲਗਾਇਆ ਜਾਣਾ, ਇਸ ਨੂੰ ਲੈ ਕੇ ਥੋੜਾ ਜਿਹਾ ਹੋ ਹੱਲਾ ਮੱਚਦਾ। ਉਸ ਤੋਂ ਬਾਅਦ ਸਾਰੀ ਪੋਲੀਟੀਕਲ ਪਾਰਟੀਆਂ ਸ਼ਾਂਤ ਹੋ ਕੇ ਬਹਿ ਜਾਂਦੀਆਂ ਨੇ ਪਿੱਛੇ। ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਨਫਿਊਜ਼ਨ ਹਮੇਸ਼ਾ ਹੀ ਰਹੀ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਿਹਨੂੰ ਸਿਆਸਤਦਾਨ ਹੀ ਕਿਸੇ ਸਮੇਂ ਅੱਤਵਾਦੀ ਵੀ ਕਹਿੰਦੇ ਰਹੇ, ਜਿਸ ਨੂੰ ਇੱਕ ਸਮੇਂ ਜੇ ਸਰਕਾਰਾਂ ਨੇ ਹੀ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ। ਅੱਜ ਦੀ ਤਰੀਕ ਵਿੱਚ ਇੱਕ ਸ਼ਹੀਦ ਵੀ ਕਰਾਰ ਦਿੱਤਾ ਜਾ ਚੁੱਕਿਆ ਹੈ ਉਹਨਾਂ ਨੂੰ, ਤੇ ਅੱਜ ਦੀ ਤਰੀਕ ਵਿੱਚ ਕਮਿਊਨਿਟੀ ਕੁਝ ਹੋਰ ਚਾਹ ਰਹੀ ਹੈ ਤੇ ਜਿਹੜੀ ਇਤਿਹਾਸ ਦੇ ਵਿੱਚ ਜੇ ਉਹਨਾਂ ਦੇ ਪ੍ਰਤੀ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਹ ਕੁਝ ਹੋਰ ਹੈਗੀ ਹੈ, ਯਾਨੀ ਕਿ ਕਨਫਿਊਜ਼ਨ ਅੱਜ ਵੀ ਲੋਕਾਂ ਦੇ ਦਿਮਾਗ 'ਚ। ਭਾਈ ਮੋਹਕਮ ਸਿੰਘ ਸਾਡੇ ਨਾਲ ਬੈਠੇ ਨੇ। ਭਾਈ ਮੋਹਕਮ ਸਿੰਘ ਜੀ, ਇਹ ਦੱਸੋ ਵੀ ਡੈਫੀਨੇਸ਼ਨ ਆਪਾਂ ਜੇ ਕਹੀਏ ਵੀ ਤੁਹਾਡੇ ਹਿਸਾਬ ਨਾਲ ਪੂਰਾ ਮਸਲਾ ਕਾਫੀ ਜ਼ਿਆਦਾ ਕਲੀਅਰ ਹੈ, ਲੇਕਿਨ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਫਿਲਾਸਫੀ ਉਹਨਾਂ ਦੀ ਹੈ, ਜੋ ਉਹਨਾਂ ਦੀ ਸੋਚ ਸੀ ਜਾਂ ਜਿਸ ਕਿਸਮ ਦਾ ਉਹਨਾਂ ਨੇ ਐਗਜ਼ੀਕਿਊਟ ਕੀਤੀ ਸੋਚ, ਉਹਦੇ ਨਾਲ ਕਦੇ ਵੀ ਉਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਘੱਟੋ ਘੱਟ ਕੁਝ ਵਰਗ ਜਸਟੀਫਾਈ ਨਹੀਂ ਕਰਨਗੇ। ਉਹ ਵਾਲੇ ਵਰਗਾਂ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਨੇ ਲੋਕ ਮਾਰੇ ਗਏ, ਅੱਤਵਾਦ ਦੇ ਖਿਲਾਫ ਜਿਹੜੀ ਲੜਾਈ ਲੜੀ ਗਈ ਉਸ ਵਿੱਚ ਪੁਲਿਸ ਵਾਲਿਆਂ ਦੇ ਪਰਿਵਾਰ ਮਾਰੇ ਗਏ, ਤੇ ਅੱਜ ਦੀ ਤਰੀਕ ਵਿੱਚ ਆਪਾਂ ਜੇ ਉਹ ਸ਼ਖਸੀਅਤ ਨੂੰ ਸ਼ਹੀਦ ਕਹਿੰਦੇ ਆ ਜੋ ਕਿ ਉਸ ਲੜਾਈ ਦੀ ਸਰਮਾਇੰਦਗੀ ਕਰ ਰਹੇ, ਸਰਪ੍ਰਸਤੀ ਕਰ ਰਹੇ ਸਨ, ਤਾਂ ਉਹ ਪਰਿਵਾਰਾਂ ਆਪਣੇ ਆਪ ਨਾਲ ਧੋਖਾ ਜ਼ਰੂਰ ਮਹਿਸੂਸ ਕਰਨਗੇ। ਇਸ ਗੱਲ ਨਾਲ ਤੁਸੀਂ ਕਿੰਨਾ ਸਹਿਮਤ ਹੋ? ਦੇਖੋ ਜੀ, ਜਿੱਥੋਂ ਤੱਕ ਸੰਤ ਜਰਨੈਲ ਸਿੰਘ ਦੀ ਗੱਲ ਦਾ ਸੰਬੰਧ ਹੈ ਨਾ, ਏਕਤਾ ਦੀ ਗੱਲ ਕਰਦੇ, ਏਕਤਾ ਅਖੰਡਤਾ ਦੀ, ਔਰ ਏਕਤਾ ਚਾਹੁੰਦਾ ਸੀ ਔਰੰਗਜ਼ੇਬ ਹਿੰਦੁਸਤਾਨ 'ਚ ਇੱਕ ਹੀ ਧਰਮ ਹੋਏਗਾ, ਇਸਲਾਮ ਬਾਕੀ ਸਾਰੇ ਨਹੀਂ। ਉੱਥੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੋਰ ਜਿਨ੍ਹਾਂ ਨੇ ਇਸ ਵਿੱਚ ਕੁਰਬਾਨੀ ਕੀਤੀਆਂ ਨੇ, ਉਹਨਾਂ ਨੇ ਏਕਤਾ ਨਹੀਂ ਗੱਲ, ਉਹਨਾਂ ਕਿਹਾ ਵੀ ਇੱਥੇ ਅਨੇਕਤਾ 'ਚ ਏਕਤਾ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਪ ਸਾਹਿਬ ਕਹਿੰਦੇ ਅਨੇਕ ਹੈ ਫਿਰ ਏਕ ਹੈ, ਯਾਨੀ ਕਿ ਅਨੇਕਤਾ 'ਚ ਏਕਤਾ ਦੀ ਗੱਲ ਤਾਂ ਚੱਲ ਸਕਦੀ ਹੈ। ਜੇ ਕੋਈ ਜ਼ਬਰਦਸਤੀ ਕਹੇ ਵੀ ਸਿੱਖ ਧਰਮ ਜਿਹੜਾ ਹੈ ਇਹਨੂੰ ਕੁਚਲ ਕੇ, ਇਹਨੂੰ ਖਤਮ ਕਰਕੇ, ਸਮਾਪਤ ਕਰਕੇ ਏਕਤਾ ਕਰਨੀ, ਇਹੋ ਜਿਹੀ ਏਕਤਾ ਅਖੰਡਤਾ ਜਿਹੜੀ ਹੈ ਉਹ ਦੇਸ਼ ਲਈ ਵੀ, ਸਮਾਜ ਲਈ, ਵਿਅਕਤੀਆਂ ਲਈ ਘੱਟ ਹੈ। ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ, ਦੂਸਰੀ ਜਿਹੜੀ ਉਹ ਪਰਿਵਾਰਾਂ ਦਾ ਕੀ ਜਿਨ੍ਹਾਂ ਦੇ ਲੋਕ ਮਾਰੇ ਗਏ ਉਸੇ ਲੜਾਈ ਦੇ ਵਿੱਚ, ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਹਿ ਕੇ ਉਹ ਪਰਿਵਾਰਾਂ ਨੂੰ ਕਿਵੇਂ ਜਸਟੀਫਾਈ ਕਰਾਂਗੇ? ਇਹਦਾ ਜਵਾਬ ਮੈਂ ਦੇ ਰਿਹਾ। ਜੇ ਇਹ ਗੱਲ ਕਹੋਗੇ ਤਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਰਾਜੀਵ ਗਾਂਧੀ ਨੇ ਉੱਥੇ ਦਿੱਲੀ ਦੇ ਵਿੱਚ ਹੋਰ ਸ਼ਹਿਰ ਦੇਸ਼ ਵਿੱਚ ਇੱਕ ਕਤਲੇਆਮ ਕੀਤੀ, ਸੁਪਰੀਮ ਕੋਰਟ ਦੇ ਜੱਜ, ਹਾਈ ਕੋਰਟ ਦੇ ਜੱਜ ਕੰਨਾਂ ਨੂੰ ਵਿੱਚ ਰੂੰ ਪਾ ਕੇ ਅੱਖਾਂ ਦੇ ਬੰਦ ਕਰਕੇ ਬੈਠੇ ਰਹੇ, ਤੇ ਕੀ ਮਤਲਬ ਉਹਨਾਂ ਲੋਕਾਂ ਨੂੰ ਕੀ ਕਿਹਾ ਜਾਵੇ? ਉਹ ਖਲਨਾਇਕ ਨਹੀਂ ਤਾਂ ਕੀ ਨੇ? ਉਹਨਾਂ ਨੂੰ ਕਦੀ ਉਪਾਧੀ ਵੀ ਨਹੀਂ ਨਾ ਦਿੱਤੀ ਜਾ ਸਕਦੀ, ਬਲਕਿ ਉਹਨਾਂ ਨੂੰ ਕਦੀ ਸਰੋਪਾ ਨਹੀਂ ਪਾਇਆ ਜਾ ਸਕਦਾ ਨਾ। ਇਤਿਹਾਸ ਨੂੰ ਉਸ ਤਰੀਕੇ ਨਾਲ ਉਹਨਾਂ ਦੇ ਪੋਰਟਰੇਟ ਵੀ ਨਹੀਂ ਲੱਗੇ, ਉਹਨਾਂ ਦੇ ਪੋਰਟਰੇਟ ਇੰਦਰਾ ਗਾਂਧੀ ਦੇ ਪਾਰਲੀਮੈਂਟ 'ਚ ਲੱਗੇ, ਉਹ ਲਾਏ ਜਾਣੇ ਚਾਹੀਦੇ। ਦਰਬਾਰ ਸਾਹਿਬ ਸਿੱਖਾਂ ਦਾ ਮਸਲਾ ਹੈ, ਕਿੱਥੇ ਹਿੰਦੁਸਤਾਨ ਵਿੱਚ ਤੁਸੀਂ ਲਾ ਸਕਦੇ ਹੋ, ਅਸੀਂ ਨਹੀਂ ਲਾ ਸਕਦੇ। ਨਹੀਂ, ਮੈਂ ਇਹੀ ਤਾਂ ਜਾਣਨਾ ਚਾਹ ਰਿਹਾ ਵੀ ਸਿੱਖਾਂ ਦਾ ਮਸਲਾ ਕਿਵੇਂ ਹੈ? ਪੂਰੀ ਕਮਿਊਨਿਟੀ ਨੂੰ ਦੇਖਣਾ ਪਏਗਾ ਨਾ, ਪੂਰਾ ਹਿੰਦੁਸਤਾਨ। ਕੀ ਤੁਹਾਡੇ ਲਈ ਉਹ ਲੋਕ ਜਿਹੜੇ ਕਿ ਪੰਜਾਬ ਜਾਂ ਸਿੱਖਾਂ ਤੋਂ ਬਾਹਰ ਵਸਦੇ ਨੇ ਉਹ ਲੋਕ ਨਹੀਂ ਹੈ, ਜਾਂ ਉਹਨਾਂ ਦੀ ਸੋਚ ਕਦੇ ਮੈਟਰ ਨਹੀਂ ਕਰਦੀ? ਮੈਂ ਨਾ ਜੀ, ਉਹਨਾਂ ਦੇ ਵਾਸਤੇ ਕੀ ਸਿੱਖ ਲੋਕ ਨਹੀਂ ਗਏ, ਸਿੱਖ ਵਿਅਕਤੀ ਨਹੀਂ ਗਏ? ਨਹੀਂ, ਮੇਰਾ ਸਵਾਲ ਹੈ, ਤੁਸੀਂ ਜਵਾਬ ਦਿਓ। ਸਿੱਖ ਨਹੀਂ ਮਰੇ। ਦੇਖੋ, ਉਹਨਾਂ ਦੀ ਪਰਸੈਪਸ਼ਨ ਨੂੰ ਚੇਂਜ ਕਰਨਾ ਵੀ ਤੁਸੀਂ ਕਰਨਾ ਹੈ, ਆਪਣਾ ਅੰਦਰੂਨੀ ਮਾਮਲਾ ਕਹਿ ਕੇ ਕਿਵੇਂ ਚੇਂਜ ਕਰਨਾ? ਅੰਦਰੂਨੀ ਮਾਮਲਾ ਵੀ ਨਹੀਂ ਕਹਿੰਦਾ, ਮੈਂ ਓਪਨਲੀ ਗੱਲ ਕਰਦਾ। ਦੇਖੋ, ਇਹੀ ਗੱਲ ਕਰਨੀ ਪੈਣੀ ਹੈ, ਇਹਦਾ ਜਵਾਬ ਨਹੀਂ ਹੈ। ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਵਾਚਣ ਲੱਗਿਆ ਪਹਿਲਾਂ ਸੋਚੋ, ਉਹ ਵਿਅਕਤੀ ਜਿਸ ਦੇ ਉੱਪਰ ਸਾਰੇ ਸਿੱਖਾਂ ਨੇ ਵਿਰੋਧ ਕੀਤਾ, ਆਪਣੇ ਜਿਹੜੇ ਮਿਲੇ ਹੋਏ ਸਰਕਾਰਾਂ ਵੱਲੋਂ ਤਗਮੇ ਜੋ ਕੁਝ ਵੀ ਸੀ ਉਹ ਸਾਰੇ ਪਦੋਂ ਪੁੱਛਵਾ ਸਭ ਵਾਪਸ ਕੀਤੇ। ਜਨ ਸੁਧਾਰ ਨੇ ਭਗਤ ਪੂਰਨ ਸਿੰਘ ਵਰਗੇ ਇੱਕ ਭਗਤ ਤੋਂ ਲੈ ਕੇ, ਇੱਕ ਸਿਆਸਤਦਾਨ ਤੋਂ ਲੈ ਕੇ, ਇੱਕ ਲਖਾਰੀਆਂ ਤੋਂ ਲੈ ਕੇ, ਇੱਕ ਫੌਜੀ ਅਫਸਰਾਂ ਤੋਂ ਲੈ ਕੇ ਜਨ ਸੁਧਾਰਨ ਤੱਕ ਬਿੰਦਾ ਜਿਹੜਾ ਉਹ ਬਿਲਕੁਲ ਵਾਪਸ ਕਰਦਾ ਹੈ। ਕੀ ਸਮਝਦੇ ਨਹੀਂ ਤੁਸੀਂ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿ ਵੱਡੀ ਠੇਸ ਵੱਜੀ ਹੋਏਗੀ? ਲੱਕੀ ਜੀ, ਮੈਂ ਬੜੇ ਹੀ ਇੰਪੋਰਟੈਂਟ ਇੱਕ ਅਹਿਮ ਛੋਟਾ ਜਿਹਾ ਨੁਕਤਾ ਦੇਣਾ ਚਾਹਾਂਗਾ ਕਿ ਅਸੀਂ ਜਾਂ ਇਸ ਵਿਵਾਦ ਵਿੱਚ ਇਹ ਕਹਿ ਕੇ ਤੁਰਿਆ ਜਾ ਰਿਹਾ ਹੈ ਕਿ ਉਹ ਅੱਤਵਾਦੀ ਸੀ, ਸੰਤ ਜਰਨੈਲ ਸਿੰਘ ਟੈਰਰਿਸਟ ਸੀ। ਇਹ ਮੈਂ ਉਸ ਵਕਤ ਦੀ ਸ਼ਬਦਾਵਲੀ, ਉਸ ਦੀ ਸ਼ਬਦਾਵਲੀ ਬਿਲਕੁਲ, ਉਹ ਅੱਤਵਾਦੀ ਸੀ, ਉਹ ਹਿੰਦੂਆਂ ਦਾ ਕਾਤਲ ਸੀ, ਉਹ ਮਿਨੋਰਿਟੀਜ਼ ਦਾ ਕਾਤਲ ਸੀ। ਹੁਣ ਸਵਾਲ ਇਹ ਲੋਕ ਮੇਰੇ ਵਰਗੇ ਲੋਕ ਭੁੱਲ ਸਕਦੇ ਨੇ, ਮੇਰੀ ਮੈਮਰੀ ਚ ਜਾ ਸਕਦਾ, ਲੇਕਿਨ ਜਿਹਨਾਂ ਪਰਿਵਾਰ ਮਾਰੇ ਗਏ ਉਸ ਲੜਾਈ ਉਹਨਾਂ ਦੀ ਮੈਮਰੀ ਚ ਕਿਵੇਂ ਜਾਏਗਾ? ਦੇਖੋ, ਇੱਕ ਇਨੋਸੈਂਟ ਬੰਦੇ ਤੇ ਅਸਰ ਕਰੇਗਾ ਜਦੋਂ ਕਿ ਮੀਡੀਆ ਰਾਹੀਂ ਜਦੋਂ ਬਾਰ-ਬਾਰ ਪ੍ਰਚਾਰ ਕੀਤਾ ਜਾਏਗਾ ਔਰ ਇਹ ਕਿਹਾ ਜਾਏਗਾ ਕਿ ਉਹਨਾਂ ਦੀਆਂ ਭਾਵਨਾਵਾਂ ਕਿੱਦਾਂ ਹੋਣਗੀਆਂ, ਇਹਦਾ ਮਤਲਬ ਮੰਨ ਕੇ ਤੁਰ ਲਿਆ ਕਿ ਉਹ ਕਾਤਲ ਸੀ। ਹੁਣ ਸਵਾਲ ਹੈ ਕਿ ਉਹ ਅੱਤਵਾਦੀ ਸੀ, ਠੀਕ ਹੈ ਜੀ, ਟੈਰਰਿਸਟ ਸੀਗਾ। ਟੈਰਰਿਸਟ ਨੂੰ ਗੋਲੀ ਨਾਲ ਉਡਾਇਆ ਜਾ ਸਕਦਾ, ਜੇ ਟੈਰਰਿਸਟ ਉਹਨੂੰ ਗੋਲੀ ਨਾਲ ਉਡਾਤਾ ਕੋਈ ਹਰਜ ਨਹੀਂ, ਪਰ ਵੇਖਣ ਵਾਲੀ ਚੀਜ਼ ਹੈ ਕਿ ਟੈਰਰਿਸਟ ਹੈ ਕੀ ਚੀਜ਼ ਹੈ। ਸਾਡੇ ਮੌਜੂਦਾ ਸੰਵਿਧਾਨੀ ਢਾਂਚੇ ਦੇ ਵਿੱਚ 1947 ਦੇ ਵਿੱਚ ਸਰਕੂਲਰ ਜਾਰੀ ਹੁੰਦਾ ਹੈ, ਸਿੱਖ ਉਜੜ ਪੁਜੜ ਕੇ ਆਉਂਦੇ ਆ, ਸਾਰੇ ਪੰਜਾਬ ਚੋਂ ਇਧਰੋਂ ਆਉਂਦੇ ਆ, ਆਉਂਦੇ ਸਾਰ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਾਰੀ ਹੋ ਜਾਂਦਾ, ਸਾਰੀ ਸਿੱਖ ਕੌਮ ਜਰਾਇਮ ਪੇਸ਼ਾ ਕੌਮ ਹੈ, ਇਹਨੂੰ ਸਖਤੀ ਨਾਲ ਦਬਾ ਦਿੱਤਾ ਜਾਏ।
ਇਹ ਫੌਜ ਦੇ ਹਵਾਲੇ ਕਰਨ ਤੋਂ ਪਹਿਲੇ ਇੱਕ ਬੜੀ ਅਹਿਮ ਹੈ। ਤੁਸੀਂ ਦੇਖੋ ਇਹਨੂੰ ਇਗਨੋਰ ਕੀਤਾ ਗਿਆ, ਸਾਰੀਆਂ ਪਾਰਟੀਆਂ ਨੇ ਇਗਨੋਰ ਕੀਤਾ। ਤੁਸੀਂ ਕਹਿ ਰਹੇ ਹੋ ਨਹੀਂ, ਮੈਂ ਨਹੀਂ ਕਹਿ ਰਿਹਾ ਵਿਤਕਰੇ ਦੀ, ਨਹੀਂ ਮੈਂ ਕਹਿ ਰਿਹਾ। 1975 ਚ ਐਮਰਜੈਂਸੀ ਲੱਗੀ, ਥੋੜੀ ਚਿਰ ਲਈ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ। 1979 ਦੇ ਵਿੱਚ ਪੂਰੇ ਸਿਰਫ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਸੰਵਿਧਾਨ ਦੀ ਅਮੈਂਡਮੈਂਟ ਕਰਕੇ, ਕਨਸਟੀਟਿਊਸ਼ਨ ਅਮੈਂਡਮੈਂਟ ਨਾਲ ਪੰਜਾਬ ਦੇ 'ਚ ਐਮਰਜੈਂਸੀ ਲਗਾਈ ਜਾਂਦੀ ਹੈ, 11 ਸਾਲ ਰਹਿੰਦੀ ਹੈ ਔਰ ਉਸ ਦੇ 'ਚ ਕੋਈ ਗੱਲ ਨਹੀਂ ਉਹਦੀ ਕਰਦਾ। ਔਰ ਪੰਜਾਬ ਵਿੱਚ ਫੌਜ ਭੇਜਣ ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ, ਇੱਕ ਸਰਕੂਲਰ ਜਾਰੀ ਕੀਤਾ ਜਾਂਦਾ ਹੈ ਕਿ ਟੈਰਰਿਸਟ ਜਿਹੜੇ ਆ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ, ਇਹ ਜਿਹੜੇ ਬੰਦੇ ਹੈਗੇ ਇਹਨਾਂ ਦਾ ਮੁਕਾਬਲਾ ਕਰਨਾ। ਔਰ ਟੈਰਰਿਸਟ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ, ਇਹ ਅੰਮ੍ਰਿਤਧਾਰੀ ਹੈ। ਨਹੀਂ ਅੰਮ੍ਰਿਤਧਾਰੀ ਲਾਮਾ ਜੀ, ਮੈਂ ਪ੍ਰੋਫੈਸਰ ਸਾਹਿਬ ਤੋਂ ਸ਼ੁਰੂਆਤ ਕਰਾਂਗਾ। ਮੈਂ ਸਮਝ ਗਿਆ ਇਹ ਅੰਮ੍ਰਿਤਧਾਰੀ ਇੱਕ ਦੂਸਰੇ ਟਰੈਕ ਤੇ ਤੁਰ ਮੈਂ ਅੰਮ੍ਰਿਤਧਾਰੀ ਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ, ਉਹਦੇ ਬਾਅਦ ਐਕਸ਼ਨ ਜੇ ਅਗਰ ਉਹ ਟੈਰਰਿਸਟ ਹੈ, ਅਗਰ ਅੰਮ੍ਰਿਤਧਾਰੀ ਟੈਰਰਿਸਟ ਹੈ, ਫਿਰ ਪਿੰਡਰਾਂਵਾਲਾ ਟੈਰਰਿਸਟ ਹੈ। ਠੀਕ ਹੈ ਪ੍ਰੋਫੈਸਰ ਸਾਹਿਬ, ਮੈਂ ਰੀਕਨਸੀਲੀਏਸ਼ਨ ਦੀ ਗੱਲ ਕਰ ਰਿਹਾ। ਅੱਜ ਦੀ ਤਰੀਕ ਵਿੱਚ ਅਸੀਂ ਇੱਕ ਐਸੇ ਦੌਰ ਦੇ ਵਿੱਚ ਪਿੰਡਾਂ ਵਾਲੇ ਉਹਨਾਂ ਨੂੰ ਸ਼ਹੀਦ ਵੀ ਕਹਿ ਰਹੇ ਹਾਂ, ਉਹਨਾਂ ਦੇ ਪੋਰਟਰੇਟ ਵੀ ਲਗਾ ਰਹੇ, ਜਿਸ ਤੋਂ ਮੈਨੂੰ ਪਰਸਨਲੀ ਕੋਈ ਆਪੱਤੀ ਨਹੀਂ ਹੈਗੀ। ਲੇਕਿਨ ਸਵਾਲ ਇਹ ਪੈਦਾ ਹੁੰਦਾ, ਇਹ ਚੀਜ਼ ਹੋ ਰਹੀ ਹੈ ਬਿਨਾਂ ਕਿਸੇ ਰੀਕਨਸੀਲੀਏਸ਼ਨ ਤੋਂ ਤੇ ਬਿਨਾਂ ਉਹਨਾਂ ਚੀਜ਼ਾਂ ਦਾ ਮੁਲਾਂਕਣ ਕੀਤੇ ਬਗੈਰ, ਜੋ ਕਿ ਉਸ ਵਕਤ ਵਾਪਰ ਮੇਰਾ ਸਿੰਪਲ ਜਿਹਾ ਸਵਾਲ ਹੈ, ਉਹ ਇਹ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਫੋਟੋ ਵੀ ਉੱਥੇ ਹੈ ਔਰ ਉੱਥੇ ਜਿੰਦਾਲ ਔਰ ਸੁਖਾ ਜੀ ਦੀ ਫੋਟੋ ਵੀ ਉੱਥੇ ਲਾਈ ਹੈ, ਉੱਥੇ ਹੀ ਪਿੰਡਾਂ ਵਾਲੇ ਦੀ, ਉੱਥੇ ਹੀ ਬੇਅੰਤ ਸਿੰਘ ਦੀ, ਉੱਥੇ ਹੀ ਸਤਵੰਤ ਸਿੰਘ ਦੀ ਫੋਟੋ ਵੀ ਹੈ। ਇਹ ਸਾਰਾ ਤੁਹਾਨੂੰ ਨਹੀਂ ਲੱਗਦਾ ਹੈ ਕਿ ਇਹ ਕੈਸਾ ਮੇਲ ਹੈ? ਜਾਂ ਤਾਂ ਐਂ ਕਰ ਲੈਣ ਵੀ ਦੋ ਅਜਾਇਬ ਘਰ ਬਣਾ ਲੈਣ, ਇੱਕ ਤਾਂ ਇਹਨਾਂ ਦਾ ਅਜਾਇਬ ਘਰ ਹੋ ਜੇ, ਇੱਕ ਉਹਨਾਂ ਦਾ ਅਜਾਇਬ ਘਰ ਹੋ ਜੇ, ਫਿਰ ਇਹ ਆਪਣੇ ਵਾਲੇ ਨੂੰ ਕਹੀ ਜਾਣ ਸ਼ਹੀਦ, ਉਹ ਆਪਣੇ ਵਾਲੇ ਨੂੰ ਕਹੀ ਜਾਣ, ਲੋਕ ਦੇਖ ਲੈਣਗੇ, ਇਨਸਾਫ ਕਰ ਲੈਣਗੇ। ਇਹ ਦੋ ਇੱਕ ਜਗ੍ਹਾ ਕਰਨਾ, ਕਿਸੇ ਦੀ ਵਿਚਾਰਧਾਰਕ ਸਾਂ ਉਹ ਮੈਨੂੰ ਕਲੈਰਿਟੀ ਹੈ। ਬਹੁਤ ਇੰਪੋਰਟੈਂਟ, ਬਹੁਤ ਵੱਡਾ, ਕਿਉਂਕਿ ਕਿਤੇ ਨਾ ਕਿਤੇ ਸਮਝ ਇਹ ਵਿੱਚ ਨਹੀਂ ਆ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਇੱਕ ਐਸਾ ਖੂਨੀ ਸਾਕਾ ਰਿਹਾ ਕਈ ਦਹਾਕਿਆਂ ਤੱਕ ਰਿਹਾ, ਲੇਕਿਨ ਉਹਦੀ ਕਦੀ ਰੀਕਨਸੀਲੀਏਸ਼ਨ ਨਹੀਂ ਹੋਈ, ਉਹਦੇ ਲਈ ਕੋਈ ਰੀਕਨਸੀਲੀਏਸ਼ਨ ਕਮਿਸ਼ਨ ਨਹੀਂ ਬਿਠਾਏ ਗਏ। ਲੋਕਾਂ ਨੂੰ ਇਹ ਨਹੀਂ ਸਮਝ ਵਿੱਚ ਆਇਆ ਕਿ ਉਸ ਟਾਈਮ ਕੀ ਹੋਇਆ ਸੀਗਾ, ਤੇ ਅੱਜ ਜੋ ਲੀਡਰ ਸਾਡੀ ਜਮਾਤ ਕਹਿ ਰਹੀ ਹੈ ਸਿਆਸੀ, ਉਹ ਠੀਕ ਹੈ, ਜਾਂ ਉਸ ਵਕਤ ਜੋ ਸ਼ਬਦਾਵਲੀ ਵਰਤੀ ਜਾ ਰਹੀ ਸੀ ਉਹ ਠੀਕ ਹੈ। ਕਿਤੇ ਨਾ ਕਿਤੇ ਪ੍ਰੋਫੈਸਰ ਸਾਹਿਬ ਦਾ ਪੁਆਇੰਟ ਵੀ ਠੀਕ ਹੈ, ਵੀ ਜੇ ਅਜਾਇਬ ਘਰ ਬਣੇ ਨੇ ਤਾਂ ਸ਼ਾਇਦ ਦੋ ਹੋਣੇ ਚਾਹੀਦੇ ਨੇ, ਜਿਨ੍ਹਾਂ ਵਿੱਚ ਕੀ ਵੱਖਰੀ ਵੱਖਰੀ ਕੌਮਾਂ ਤੇ ਵੱਖਰੇ ਵੱਖਰੇ ਜਿਹੜੀ ਕਮਿਊਨਿਟੀਜ਼ ਦੇ ਆਪਣੇ ਆਪਣੇ ਸ਼ਹੀਦ ਹੈ। ਲੇਕਿਨ ਕੀ ਇਹ ਸੰਭਵ ਹੈ ਕਿ ਇਸ ਜਨਰੇਸ਼ਨ ਡਿਜ਼ਰਵ ਨਹੀਂ ਕਰਦੀ ਕਿ ਉਹਨਾਂ ਨੂੰ ਸੱਚਾਈ ਦਾ ਪਤਾ ਲੱਗੇ? ਉਹ ਰੀਕਨਸੀਲੀਏਸ਼ਨ ਕਦੋਂ ਹੋਏਗੀ? ਇਸ ਉੱਤੇ ਸਾਡੀ ਡਿਬੇਟ ਜਿਹੜੀ ਹੈਗੀ ਅਗਲੇ ਸੈਗਮੈਂਟ ਵਿੱਚ ਇਸੇ ਪੁਆਇੰਟ ਤੋਂ ਜਾਰੀ ਰੱਖਾਂਗੇ। ਸਾਡੀ ਗੱਲਬਾਤ ਚੱਲਦੀ ਪਈ ਹੈ, ਸੰਤ ਜਰਨੈਲ ਸਿੰਘ ਪਿੰਡਾਂ ਵਾਲਾ ਉਹਨਾਂ ਦਾ ਪੋਰਟਰੇਟ ਲੱਗਿਆ, ਉਸ ਤੋਂ ਬਾਅਦ ਇੱਕ ਵਿਵਾਦ ਉੱਭਰਿਆ। ਮੈਂ ਇਸ ਵਕਤ ਭਾਈ ਮੋਹਕਮ ਸਿੰਘ ਜੀ ਦੇ ਦੁਬਾਰਾ ਆਵਾਂਗਾ। ਭਾਈ ਮੋਹਕਮ ਸਿੰਘ ਜੀ, ਪ੍ਰੋਫੈਸਰ ਸਾਹਿਬ ਨੇ ਬੜੀ ਬਿਲਕੁਲ ਸਹੀ ਗੱਲ ਕੀਤੀ ਵੀ ਸ਼ਹੀਦ ਸਾਡੇ ਲਈ ਬੇਅੰਤ ਸਿੰਘ ਵੀ ਹੈਗੇ ਨੇ, ਸ਼ਹੀਦ ਸਾਡੇ ਲਈ ਹਰਚੰਦ ਸਿੰਘ ਲੌਂਗੋਵਾਲ ਵੀ ਹੈਗੇ ਨੇ, ਵੱਖਰੇ ਵੱਖਰੀ ਲੜਾਈਆਂ, ਇੱਕ ਦੂਜੇ ਦੇ ਲੜਾਈ, ਮਤਲਬ ਸਾਡੀ ਕਮਿਊਨਿਟੀ ਹਲੇ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਵੀ ਸਾਡੇ ਲਈ ਸ਼ਹੀਦ ਕੌਣ ਹੈਗੇ ਤੇ ਕੌਣ ਨਹੀਂ ਹੈਗੇ ਨੇ। ਪਿੰਡਰਾਂਵਾਲਾ ਸਾਹਿਬ ਤਾਂ ਚੰਦ ਕੌਰ ਕਹਿੰਦੇ ਰਹੇ ਹਰਚੰਦ ਸਿੰਘ ਲੌਂਗੋਵਾਲ ਨੂੰ। ਦੇਖੋ ਜੀ, ਪਹਿਲੀ ਗੱਲ ਤਾਂ ਉਹਨਾਂ ਨੇ ਨਾਂ ਚੰਦ ਕੌਰ ਕਿਹਾ, ਅਖਬਾਰਾਂ ਛਪਿਆ ਪੜਿਆ, ਮੈਂ ਤਾਂ ਮੇਰੇ ਹੁੰਦਿਆਂ ਤਾਂ ਕਦੇ ਕਿਹਾ ਨਹੀਂ। ਸਾਡੇ ਕੋਲ ਕੈਸਟਾਂ ਸਭ ਕੁਝ ਉਹਨਾਂ ਦਾ, ਉਹ ਸੰਤ ਜੀ ਕਰਕੇ ਸਤਿਕਾਰ ਵੀ ਕਰਦੇ ਰਹੇ ਆ। ਦੇਖੋ ਨਾ, ਦੋਨਾਂ ਨੇ ਇੱਕੇ ਜਗ੍ਹਾ ਤੇ ਬੈਠ ਕੇ ਮੋਰਚਾ ਲਾਇਆ, ਉਹਦੇ 'ਚ ਲੱਖਾਂ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਔਰ ਉਹਦੇ ਦਰਮਿਆਨ ਝੂਠੇ ਮੁਕਾਬਲੇ, ਕੁੱਟਣਾ ਮਾਰਨਾ, ਇਸ ਤਰ੍ਹਾਂ ਦੀ ਪੋਜੀਸ਼ਨ ਸਰਕਾਰ ਵੱਲੋਂ ਕ੍ਰੀਏਟ ਕੀਤੀ ਗਈ। ਔਰ ਇਹ ਇੱਥੇ ਹੀ ਨਹੀਂ, ਸੰਤ ਭਿੰਡਰਾਂਵਾਲੇ ਜਦੋਂ ਤੁਸੀਂ ਪਹਿਲਾਂ ਸਾਰੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਸੰਤ ਜਰਨੈਲ ਸਿੰਘ ਤੇ ਸਵਾਲ ਕਰ ਰਹੇ ਹੋ, ਤੁਸੀਂ ਸੰਤ ਜਰਨੈਲ ਸਿੰਘ ਤੇ ਸਵਾਲ ਕਰ ਰਹੇ ਹੋ। ਮੈਨੂੰ ਸੰਤ ਜਰਨੈਲ ਸਿੰਘ ਬਾਰੇ ਇੱਕ ਸਥਿਤੀ ਜਿੰਨਾ ਜੇ ਮੈਂ ਨਹੀਂ ਦੱਸਾਂਗਾ ਲੋਕ ਕੀ ਕਹਿਣਗੇ। ਪਹਿਲੀ ਗੱਲ, ਸੰਤ ਜਰਨੈਲ ਸਿੰਘ ਸਕੂਲ ਦਾ ਬਿਲਕੁਲ ਘੱਟ ਪੜਿਆ, ਜਾਨੀ ਕਿ 3-4 ਜਮਾਤਾਂ ਦਾ ਪੜਿਆ ਸੀ, ਜਾਨੀ ਕਿ ਇਹ ਨਹੀਂ ਕਹਿ ਸਕਦੇ ਕੋਈ ਕਿਸੇ ਏਜੰਸੀ ਦਾ ਅਫਸਰ ਸੀ, ਨੌਕਰ ਸੀ ਜਾਂ ਫਲਾਣਾ ਰੱਖਿਆ ਸੀ, ਇਹ ਵੀ ਗੱਲ ਨਹੀਂ ਲੱਗ ਸਕਦੀ। ਦੂਸਰੀ ਗੱਲ, ਉਸ ਤੋਂ ਬਾਅਦ ਉਹਦੇ ਜੀਵਨ ਦਾ ਇਹ ਹਿੱਸਾ ਕਿ ਉਹ ਕਿਰਤ ਕਰਦਾ ਸੀ, ਖੇਤੀਬਾੜੀ ਕਰਦਾ ਸੀ, ਨਾਮ ਜਪਦਾ ਸੀ, ਸਿਮਰਨ ਕਰਦਾ ਸੀ ਤੇ ਵੰਡ ਛਕਦਾ ਸੀ। ਦੂਸਰੀ ਗੱਲ, ਇਸ ਤੋਂ ਅਗਲੀ ਗੱਲ ਕਿ ਜਦੋਂ 77 ਦੇ ਵਿੱਚ ਅਚਾਨਕ ਸੰਤ ਕਰਤਾਰ ਸਿੰਘ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨਾਂ ਦੀ ਜਗ੍ਹਾ ਤੇ ਸਾਰੇ ਇਕੱਠੇ ਹੋ ਕੇ ਸਾਥੀਆਂ ਨੇ ਕਿਹਾ ਵੀ ਇਹਨੂੰ ਅਗਲਾ ਮੁਖੀ ਬਣਾ ਦਿਓ। ਉਸ ਤੋਂ ਬਾਅਦ ਉਹ ਧਰਮ ਪ੍ਰਚਾਰ ਕਰ ਰਿਹਾ ਵਿਅਕਤੀ ਸੀ ਔਰ ਉਹਨੇ ਧਰਮ ਪ੍ਰਚਾਰ ਕਰਕੇ ਦਾੜੇ ਕੇਸ ਰਖਾਏ, ਨੌਜਵਾਨ ਹੋਰ ਜੋ ਸਿੱਖੀ ਦੇ ਧਰਮ ਸੀ ਉਹਨੇ ਸਾਰੇ ਕੀਤੇ। ਇਹਦੇ ਲੇਕਿਨ ਕਿਤੇ ਨਾ ਕਿਤੇ ਵਰਤੇ ਵੀ ਗਏ। ਇੱਕ ਮਿੰਟ, ਇਹਦੇ ਵਿੱਚ ਜਵਾਬ ਦੇ ਰਿਹਾ। ਦੇਖੋ, ਕਈ ਗੱਲਾਂ ਉਛਾਲੀਆਂ ਜਾਂਦੀਆਂ ਨੇ, ਜਦੋਂ ਉਹਨੂੰ ਸੱਚਾਈ ਨਾਲ ਗੌ ਨਾਲ ਥੱਲੇ ਤੱਕ ਦੇਖਾਂਗੇ ਤੇ ਉਹ ਗੱਲ ਗਲਤ ਨਿਕਲੇਗੀ। 78 ਦੇ ਵਿੱਚ ਸਾਕਾ ਹੋਇਆ, 78 ਦੇ ਸਾਕੇ ਵਿੱਚ ਅਕਾਲੀ ਸਰਕਾਰ ਸੀ ਪੰਜਾਬ ਵਿੱਚ, ਜਿਹੜਾ ਵਿਅਕਤੀ ਆ ਕੇ ਅੰਮ੍ਰਿਤਸਰ 'ਚ ਸੱਤ ਸਿਤਾਰਿਆਂ ਦੀ ਗੱਲ ਕਰਦਾ, ਸਰਕਾਰ ਨੇ ਕਿਉਂ ਨਹੀਂ ਰੋਕਿਆ? ਉਮਰਾ ਨੰਗਲ ਉੱਥੇ ਮੌਕੇ ਤੇ ਹਾਜ਼ਰ ਸੀ ਅੰਮ੍ਰਿਤਸਰ, ਉਹਨੇ ਕੀ ਕੀਤਾ? ਰੋਲ ਅਦਾ ਕੀਤਾ। ਨਿਰੰਕਾਰੀ ਦੇ ਵਿਰੁੱਧ ਪੰਜਾਬ ਸਰਕਾਰ ਤੇ ਇੱਥੋਂ ਦੀਆਂ ਅਦਾਲਤਾਂ ਦੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਸੀ, ਉਹ ਇੱਥੋਂ ਚੱਕ ਕੇ ਕੇਸ ਕਰਨਾਲ ਲੈ ਗਏ। ਉੱਥੇ ਉਮਰਾ ਨੰਗਲ ਦੇ ਬਿਆਨ ਦੇ ਉੱਤੇ ਕਿ ਨਿਰੰਕਾਰੀ ਦਾ ਕੋਈ ਦੋਸ਼ ਨਹੀਂਗਾ, ਸਾਰਾ ਦੋਸ਼ ਭਿੰਡਰਾਂਵਾਲੇ ਦਾ, ਉਹ ਬਰੀ ਹੁੰਦਾ। ਉਸ ਉਮਰਾ ਨੰਗਲ ਦੇ ਵਿਰੋਧ 'ਚ ਉਹਨਾਂ ਨੇ ਭਾਈ ਅਮਰੀਕ ਸਿੰਘ ਨੂੰ ਖੜਾ ਕਰਨਾ ਉਹਨਾਂ ਦਾ ਵਾਜਬ ਸੀ ਕਿ ਨਹੀਂ? ਔਰ ਉਹ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸੀ ਉਮਰਾ ਨੰਗਲ। ਇਹੋ ਜਿਹਾ ਅਕਾਲੀਆਂ ਨੇ ਮਾੜੇ ਵਿਅਕਤੀ ਨੂੰ ਜਾਂ ਨਿਰੰਕਾਰੀ ਨੂੰ ਬਰੀ ਕਰਾਵੇ, ਆਪਣਾ ਬਿਆਨ ਦਰਜ ਕਰਾ ਕੇ ਅਦਾਲਤ ਵਿੱਚ ਉਹਦੇ ਵਿਰੁੱਧ ਬੰਦਾ ਖੜਾ ਕਰਕੇ ਸਿੱਖਾਂ ਦੀ ਅਣਖ, ਗੈਰ ਤੇ ਸਵੈਮਾਨ ਦਾ
ਵਿਸ਼ਵਾਸ ਦੇਣਾ ਜ਼ਰੂਰੀ ਸੀ। ਇੱਕ ਮਿੰਟ ਗੱਲ ਕਰ ਲੈਂਦੇ। ਦੂਸਰੀ ਗੱਲ ਦੂਸਰੀ ਗੱਲ ਨਹੀਂ, ਦੇਖੋ ਸੰਤ ਭਿੰਡਰਾਂਵਾਲੇ ਨੇ ਕਿੱਥੇ ਜਾ ਕੇ ਨਹੀਂ ਕੀਤਾ। ਉਹਨੂੰ ਇਹਨਾਂ ਨੇ ਕਿਹਾ ਵੀ ਨਿਰੰਕਾਰੀ ਕਾਂਡ ਵਿੱਚ ਤੇਰੀ ਪੁੱਛਗਿੱਛ ਕਰਨੀ, ਉਹ ਸੀਬੀਆਈ ਦੇ ਸਾਹਮਣੇ ਹਾਜ਼ਰ ਹੋ ਗਿਆ, ਦੱਸੋ ਕਿੱਥੇ ਕਰਨੀ ਹੈ। ਔਰ ਕਿੰਨੇ ਦਿਨ ਔਰ ਮਹੀਨਿਆਂ ਬਾਅਦ ਉਹਦੀ ਪੁੱਛਗਿੱਛ ਚੱਲੀ। ਨਿਰੰਕਾਰ ਇਹ ਹੋ ਗਿਆ ਔਰ 9 ਦੇ ਵਿੱਚ ਉਹਨੇ ਗ੍ਰਿਫਤਾਰੀ ਦਿੱਤੀ ਹੈ, ਅਦਾਲਤਾਂ 'ਚ ਗਿਆ। ਉਹਨਾਂ ਦੇ ਕਿਰਦਾਰ ਬਾਰੇ ਮੈਨੂੰ ਕੋਈ ਸ਼ੱਕ ਨਹੀਂ ਕਹਿ ਰਹੇ। ਮੈਂ ਸਵਾਲ ਇਹ ਕਹਿ ਰਿਹਾ ਵੀ ਜਿਹੜੀ ਪਰਸੈਪਸ਼ਨ ਹੈ ਉਹਨੂੰ ਕੌਣ ਬਦਲੇਗਾ, ਕਿਵੇਂ ਬਦਲੇਗਾ, ਜਿਹੜਾ ਭੁਲੇਖਾ ਪਾਇਆ ਤੁਸੀਂ ਉਹ ਲੋਕਾਂ ਨੂੰ ਕਿਵੇਂ ਦਿਖਾਓਗੇ ਜਿਹਨਾਂ ਨੂੰ ਤੁਸੀਂ 20 ਸਾਲ ਤੱਕ ਇਹ ਦੱਸਿਆ। ਇਹ ਮੈਂ ਦੱਸਣਾ ਚਾਹਾਂਗਾ 18 ਸਾਲ ਤੱਕ ਜਾਂ 15 ਸਾਲ ਤੱਕ ਜਾਂ 10 ਸਾਲ ਤੱਕ ਸਿੱਖ ਫਿਲਾਸਫੀ ਦਾ ਸਿੰਬਲ ਕਿਵੇਂ ਹੋ ਸਕਦੇ ਨੇ? ਉਹ ਹਲੀਮੀ ਦਾ ਸਿੰਬਲ ਨਹੀਂ ਹਨ, ਉਹ ਹਲੀਮੀ ਦਾ ਸਿੰਬਲ ਨਹੀਂ ਬਣ ਸਕੇ। ਉਹਨਾਂ ਨੇ ਜੇ ਹਲੀਮੀ ਦਾ ਸਿੰਬਲ ਹੋਣ, ਜੋ ਸਿੱਖ ਧਰਮ ਦੀ ਫਿਲਾਸਫੀ ਦਾ ਬੇਸਿਕ ਉਹ ਹੈ, ਉਸ ਦਾ ਸਿੰਬਲ ਉਹ ਨਹੀਂ ਹੋਏ। ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਕੰਟਰੋਵਰਸੀ ਹੋ ਗਈ। ਇਸ ਕੰਟਰੋਵਰਸੀ ਨੂੰ ਸਾਲਵ ਕੀਤਾ ਜਾਣ ਦੀ ਬਜਾਏ ਉਹਨਾਂ ਲਈ ਕਿ ਇੱਕ ਵੱਖਰੀ ਥਾਂ ਹੋਵੇ, ਉਹ ਵੱਖਰੀ ਉਸ ਤੇ ਡਿਸਕਸ਼ਨ ਚਲਾ ਲੈਣ ਆਪਣੀ। ਪਰ ਜਿਸ ਦਰਬਾਰ ਸਾਹਿਬ ਦੇ ਉੱਤੇ ਹਿੰਦੂ, ਸਿੱਖ, ਮੁਸਲਮਾਨ ਬਾਵਜੂਦ ਉਹਨਾਂ ਲੋਕਾਂ ਦੇ ਜਿਹੜਾ ਫਿਰਕਾ ਪ੍ਰਸਤ ਨੇ, ਬਾਵਜੂਦ ਉਸ ਨੂੰ ਸਮਝਦੇ ਨੇ ਵੀ ਇੱਕ ਪਵਿੱਤਰ ਥਾਂ ਹੈ, ਉਸ ਦੇ ਬਾਵਜੂਦ ਵੀ ਸਾਰੇ ਧਰਮ ਸਮਝਦੇ ਆ, ਪਰ ਉਸ ਨੂੰ ਜਾਣ ਕੇ ਉਸ ਨੂੰ ਸੰਕੀਰਣ ਕੀਤਾ ਜਾ ਰਿਹਾ ਹੈ। ਇੱਕ ਕੰਟਰੋਵਰਸੀਅਲ ਬੰਦੇ ਨੂੰ ਲਿਆ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਸ਼ਹੀਦਾਂ ਦੇ ਨਾਲ ਦੇ ਕਰ ਦਿਓ, ਜਿਹੜੇ ਵੱਡੇ ਸ਼ਹੀਦਾਂ ਦੇ ਉੱਥੇ ਫੋਟੋਆਂ ਲੱਗੀਆਂ ਨੇ ਉਹਨਾਂ ਦੇ ਨਾਲ ਉਹਨਾਂ ਲਾ ਦਿਓ। ਮੈਂ ਨਹੀਂ ਸਮਝਦਾ ਇਸ ਦੀ ਜ਼ਰੂਰਤ ਸੀ, ਪਰ ਸਮੇਂ ਦੀ ਸਰਕਾਰ ਨੂੰ ਲੋੜ ਸੀ ਕਿ ਮੁੱਦਿਆਂ ਤੋਂ ਧਿਆਨ ਲਾਂਭੇ ਕੀਤਾ ਜਾਵੇ, ਆਪਸ ਦੇ ਵਿੱਚ ਲੜਾਇਆ ਜਾਵੇ। ਬਿਲਕੁਲ ਠੀਕ ਹੈ। ਸਰਕਾਰਾਂ ਬਲਵੰਤ ਜੀ ਹਮੇਸ਼ਾ ਮੁੱਦਿਆਂ ਤੋਂ ਲਾਂਭੇ ਹੁੰਦੀਆਂ, ਹਮੇਸ਼ਾ ਕਰਦੀਆਂ। ਹੁਣ ਵੀ ਨੰਦੀਗ੍ਰਾਮ ਜੋ ਹੋ ਰਿਹਾ ਮੁੱਦੇ ਛੱਡ ਕੇ ਹੋ ਰਿਹਾ, ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਗੱਲ ਨੰਦੀਗ੍ਰਾਮ ਉਹਦੇ ਜਿਹੜੀ ਕਹਿ ਰਹੇ ਹੋ ਸਰਕਾਰ ਦੀ ਗੱਲ ਕਰਦੇ ਨਹੀਂ, ਮੇਰੀ ਗੱਲ ਮੈਂ ਉਸ ਸਰਕਾਰ ਦੀ ਗੱਲ ਕਰ ਰਿਹਾ ਜਿਹਨੇ 84 ਦੇ ਵਿੱਚ ਉੱਥੇ ਇੱਕ ਸਿੱਖ ਕਤਲ ਨਹੀਂ ਹੋਣ ਦਿੱਤਾ, ਉਹ ਸਰਕਾਰ ਦੇ ਉੱਤੇ ਉਂਗਲ ਉਠਾ ਰਿਹਾ ਹੈ। ਗੁਰੂ ਨਾਨਕ ਦੇਵ ਜੀ, ਮੈਂ ਉਹੀ ਦੱਸਣ ਲੱਗਾ, ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦਾ ਇੱਕ ਪਰਸੈਪਸ਼ਨ ਹੈ, ਤੁਸੀਂ ਪਰਸੈਪਸ਼ਨ ਦੀ ਗੱਲ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਪਰਸੈਪਸ਼ਨ ਹੈ, ਦੋਨਾਂ 'ਚ ਕੋਈ ਫਰਕ ਨਹੀਂ, ਇੱਕੋ ਮਾਲਾ ਦੇ ਮਣਕੇ ਹੈ। ਗੁਰੂ ਸਾਹਿਬ ਨੇ ਖੁਦ ਕਿਹਾ ਹੈ। ਆਪਾਂ ਜੇ ਗੱਲ ਉਹੀ ਗੱਲ ਕਰੀਏ ਨਾ, ਬਾਰ-ਬਾਰ ਉਹੀ ਕਨਫੀਲੇਸ਼ਨ ਉਹਦੀ ਗੱਲ ਹੈ, ਉਸ ਸਰਦਾਰ ਨੂੰ ਉਹਦਾ ਜਵਾਬ ਦੇ ਰਿਹਾ ਸਰ, ਉਹੀ ਜਵਾਬ ਦੇ ਰਿਹਾ ਕਿ ਮੇਰੀ ਲੋਗੋਵਾਲ ਵਾਲੀ ਗੱਲ ਦਾ ਜਵਾਬ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਗਾਂਧੀ ਜੀ ਨੇ ਵੀ ਕਹਿਤਾ ਗੁੰਮਰਾਹ ਦੇਸ਼ ਭਗਤ ਹੈ। ਪਰਸੈਪਸ਼ਨ ਤੇ ਬਦਲੀ ਹੋਈ, ਕਿੱਦਾਂ ਬਦਲੀ ਕਰੋਗੇ? ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਵੱਖਰਾ ਹੈ, ਸਭ ਕੁਝ ਵੱਖਰਾ ਹੈ। ਹਰਮੰਦਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਉਹੀ ਰੋਲ ਹੈ, ਜਿਹੜਾ ਰੂਪ ਚੱਲ ਰਹੀ ਹੈ ਨੰਦੀਗ੍ਰਾਮ। ਜਿਹੜਾ ਬਲਵੰਤ ਜੀ ਮੈਨੂੰ ਹੁਣ ਬੋਲ ਲੈਣ ਦਿਓ, ਜਿਹੜੀ ਗੱਲ ਸੰਤ ਜਰਨੈਲ ਸਿੰਘ ਦਾ ਰੋਲ ਉਹੀ ਹੈ ਜਿਹੜਾ ਸਿੱਖ ਧਰਮ ਦੇ ਵਿੱਚ ਜਿਹੜਾ ਬਾਬਾ ਦੀਪ ਸਿੰਘ ਦਾ ਸੀ, ਜਿਹੜੇ ਪਹਿਲੇ ਫਾਊਂਡਰ ਹੈ ਦਮਦਮੀ ਟਕਸਾਲ ਦੇ, ਜਿਹੜਾ ਰੂਪ ਉਹਨਾਂ ਦਾ ਬੰਦਾ ਬਹਾਦਰ ਦਾ ਹੈ, ਜਿਹੜਾ ਰੂਪ ਉਹਨਾਂ ਦਾ ਮੈਂ ਸਮਝਦਾ ਬੰਦਾ ਬਹਾਦਰ ਨਾਲ ਵੀ ਬੇਇਨਸਾਫੀ ਹੈ, ਸੰਤ ਗੁਰਬਖਸ਼ ਸਿੰਘ ਦਾ, ਜਿਹੜਾ ਬਾਬਾ ਗੁਰਬਖਸ਼ ਸਿੰਘ ਦਾ, ਜਿਹੜੇ ਦਮਦਮੀ ਟਕਸਾਲ ਦੇ ਮੁਖੀ ਸੀ, ਜਿਸ ਨੇ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ। ਬਾਕੀ ਰਹਿ ਗਈ ਗੱਲ ਲੌਂਗੋਵਾਲ ਦੀ ਫੋਟੋ ਤੇ ਸੰਤ ਜਰਨੈਲ ਸਿੰਘ ਦੀ ਕਿੱਦਾਂ ਲੱਗ ਸਕਦੀ ਹੈ, ਬਿਲਕੁਲ ਇਹਦਾ ਜਵਾਬ ਇਹ ਹੈਗਾ ਕਿ ਰੋਜ਼ ਅਰਦਾਸ ਕਰਦੇ ਜਿਨ੍ਹਾਂ ਧਰਮ ਦੀ ਖਾਤਰ ਸ਼ਹਾਦਤਾਂ ਦਿੱਤੀਆਂ, ਧਰਮ ਦੀ ਖਾਤਰ ਸ਼ਹੀਦ ਹੋਏ, ਉਹਨਾਂ ਦੀਆਂ ਤਸਵੀਰਾਂ ਲੱਗਣਗੀਆਂ, ਲੱਗਦੀਆਂ ਰਹਿਣਗੀਆਂ। ਉਹਦੇ ਵਿੱਚ ਲੌਂਗੋਵਾਲ ਨੇ ਧਰਮ ਯੁੱਧ ਮੋਰਚੇ ਨੂੰ ਚਲਾਇਆ, ਸੰਤ ਜਰਨੈਲ ਸਿੰਘ ਉਹਦੇ ਅੰਡਰ ਰਹੇ, ਉਹਨਾਂ ਨੇ ਲੌਂਗੋਵਾਲ ਦੀ ਅਗਵਾਈ ਦੇ ਵਿੱਚ ਸਹੁੰ ਚੁੱਕੀ ਕਿ ਇਹ ਜਿਹੜਾ ਆਨੰਦਪੁਰ ਦਾ ਮਤਾ ਹੈ ਜਿਹਦੀ ਖਾਤਰ ਅਸੀਂ ਜਾਨ ਕੁਰਬਾਨ ਕਰ ਦਾਂਗੇ। ਫਿਲਾਸਫੀ ਦੀ ਗੱਲ ਕਰੋ, ਵਿਚਾਰਧਾਰਾ ਦੀ ਗੱਲ ਕਰੋ, ਵਿਚਾਰਧਾਰਾ ਕੀ ਬਾਬਾ ਦੀਪ ਸਿੰਘ ਦੀ ਵਿਚਾਰਧਾਰਾ, ਇਹਨਾਂ ਨੂੰ ਗੱਲ ਬਾਬਾ ਦੀਪ ਸਿੰਘ ਦੀ ਵਿਚਾਰਧਾਰਾ ਔਰ ਭਿੰਡਰਾਂਵਾਲਾ ਦੀ ਵਿਚਾਰਧਾਰਾ ਜ਼ਮੀਨ ਅਸਮਾਨ ਦਾ ਫਰਕ। ਇੱਕ ਨੈਗੇਟਿਵ ਇੱਕ ਪੋਜ਼ਿਟਿਵ। ਮੈਨੂੰ ਕਹਿ ਦਿੰਦਾ ਹੁਣ ਮੇਰੀ ਵਾਰੀ ਹੈ ਨਾ ਜੀ, ਤੁਸੀਂ ਬੋਲੋ। ਉਹਨਾਂ ਦੀ ਪੋਜ਼ਿਟਿਵ ਬਾਬਾ ਦੀਪ ਸਿੰਘ ਦੀ, ਇਹਨਾਂ ਦੀ 100% ਨੈਗੇਟਿਵ। ਔਰ ਫਿਰ ਉਹਨਾਂ ਤੋਂ ਬਾਅਦ ਇਹਨਾਂ ਨੇ ਨਾਂ ਲੈ ਦਿੱਤਾ ਉੱਥੇ ਬਾਬਾ ਦੀਪ ਸਿੰਘ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਨਿਹੰਗ, ਜਿਹੜੇ ਹਰਮੰਦਰ ਮੈਂ ਉਹੀ ਕਹਿੰਦਾ ਨਾ ਬੰਦਾ ਬਹਾਦਰ ਜੀ ਦੀ, ਜਿਨ੍ਹਾਂ ਨੇ ਲੈਂਡ ਟੂ ਦਾ ਟਿਲਰ ਦਿੱਤੀ, ਬੇਜ਼ਮੀਨਿਆਂ ਨੂੰ ਜ਼ਮੀਨ ਦਿੱਤੀ, ਜਿਨ੍ਹਾਂ ਨੇ ਲੜੇ ਜਿਹੜੇ ਉਹਨਾਂ ਦੇ ਨਾਲ ਬੇਇਨਸਾਫੀ ਦੇ ਖਿਲਾਫ, ਉਹਨਾਂ ਦੇ ਨਾਲ ਰਲਾਉਣਾ ਇਸ ਤੋਂ ਜ਼ਿਆਦਾ ਮੈਂ ਸਮਝਦਾ ਅਨਿਆਏ ਹੋ ਨਹੀਂ ਸਕਦਾ ਬੰਦਾ ਬਹਾਦਰ ਨਾਲ ਔਰ ਬਾਬਾ ਦੀਪ ਸਿੰਘ ਨਾਲ, ਜਿੰਨਾ ਇਹਨਾਂ ਨੇ ਕਰਤਾ। ਉਹਨਾਂ ਦੀ ਫਿਲਾਸਫੀ ਤਾਂ ਆਲ ਟੂਗੇਦਰ ਇੱਕ ਐਸੀ ਹੈ, ਇੱਕ ਨਰਕ ਦੀ ਫਿਲਾਸਫੀ ਹੈ, ਇੱਕ ਜ਼ਿੰਦਗੀ ਦੀ ਫਿਲਾਸਫੀ ਹੈ। ਦੇਖੋ ਜੀ, ਇਹ ਕਹਿ ਰਹੇ ਨੇ ਕਿ ਬੰਦਾ ਸਿੰਘ ਬਹਾਦਰ ਨੇ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ। ਸੰਤ ਭਿੰਡਰਾਂਵਾਲੇ ਨੇ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਕੋਲ, ਇੱਥੇ ਖੇਤੀ ਜਿਹੜੀ ਹੈ ਉਜੜ ਰਹੀ ਹੈ, ਸਾਰਾ ਕੁਝ ਹਾਰਿਆ, ਇਹ ਫਿਰ ਰਹਿਣਾ ਚਾਹੀਦਾ। ਪੰਜਾਬ ਕੋਲ ਕੋਈ ਰਾਜਧਾਨੀ, ਪੰਜਾਬ ਕੋਲ ਕੋਈ ਹਾਈ ਕੋਰਟ ਨਹੀਂ। ਗੱਲ ਕਰਨ ਦੇ ਉਹਨਾਂ ਫਿਰ ਕਿਸੇ ਗੱਲ, ਕਿਸ ਇਸ਼ੂ ਦੇ ਉੱਤੇ ਬੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਹੈ,
ਉਹਨੇ ਜੇ ਸੱਤਾ ਦੀ ਲੜਾਈ ਲੜੀ, ਰਾਜ ਭਾਗ ਦੀ ਕੀਤੀ, ਉਹਨੇ ਜ਼ਮੀਨਾਂ ਦੀ ਗੱਲ ਕੀਤੀ, ਪਾਣੀਆਂ ਦੇ ਮਸਲੇ ਤੇ ਉਹਨਾਂ ਦੀ ਫੋਟੋ ਹੈਗੀ ਉੱਥੇ, ਉਹਨਾਂ ਦਾ ਚਿੱਤਰ ਹੈ। ਨਹੀਂ ਨਾ ਤੁਸੀਂ ਤਾਂ ਕਰਦੇ ਹੋ, ਮੈਂ ਕਹਿੰਦਾ ਉਹ ਉਹਨੂੰ ਤਾਂ ਬੰਦਾ ਗੰਦਾ ਹੋ ਗਿਆ, ਤੁਸੀਂ ਕਰਾਰ ਦਿੱਤਾ ਹੈ। ਕਿੰਨਾ ਕੌਣ ਕਹਿੰਦਾ ਮੈਂ ਕਿਹਾ ਅੱਜ ਤੱਕ ਦਿਨ ਨਹੀਂ ਮਨਾਉਂਦੇ। ਬੰਦਾ ਸਿੰਘ ਬਹਾਦਰ ਸਾਡਾ ਪੂਜਨਯੋਗ ਹੈ, ਤੁਸੀਂ ਕਿੱਦਾਂ ਕਰਦੇ ਹੋ? ਹੈਗਾ ਪਰ ਦਰਬਾਰ ਸਾਹਿਬ ਦੇ ਵਿੱਚ ਮੈਂ ਕਹਿੰਦਾ ਮਰਜ਼ੀ ਕਹੋ, ਦਰਬਾਰ ਸਾਹਿਬ ਦੇ ਮੈਂ ਆਈ ਚੈਲੰਜ ਇਟ ਬਾਬਾ ਬੰਦਾ ਸਿੰਘ, ਆਈ ਚੈਲੰਜ ਇਟ ਕਿ ਐਸਜੀਪੀਸੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਜ ਤੁਹਾਨੂੰ ਦਿਖਾਉਣੇ ਫੋਟੋ ਜਾ ਕੇ। ਬਲਵੰਤ ਜੀ ਤੁਹਾਨੂੰ ਕੀ ਗੱਲਾਂ ਕਰਦੇ ਚਾਹੀਦਾ ਹੈ ਦਰਬਾਰ ਸਾਹਿਬ ਦੇ ਕਿਸੇ ਦੀ ਵੀ ਨਹੀਂ ਹੈਗੀ, ਅਜਾਇਬ ਕਰਕੇ ਫੋਟੋ ਹੈ। ਨਹੀਂ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਦਰਬਾਰ ਸਾਹਿਬ ਦੇ ਬੰਦਾ ਬਹਾਦਰ ਦੀ ਕਿਉਂ ਨਹੀਂ ਯਾਦ ਮਨਾਈ ਜਾਂਦੀ? ਦਰਬਾਰ ਸਾਹਿਬ ਦੇ ਸਵਾਏ ਕੀਰਤਨ ਦੇ ਵਾਹਿਗੁਰੂ ਜੀ ਦਾ ਅਰਦਾਸ ਦੇ ਮੈਂ ਨਹੀਂ ਕਿਹਾ ਯਾਦ ਮਨਾਈ ਜਾਂਦੀ, ਮੈਂ ਨਹੀਂ ਕਿਹਾ, ਮੈਂ ਚਿੱਤਰ ਦੀ ਗੱਲ ਕਰੀ ਹੈ। ਮੇਰੀ ਗੱਲ ਧਿਆਨ ਨਾਲ ਸੁਣੋ, ਬੰਦਾ ਬਹਾਦਰ ਦਾ ਕੋਈ ਦਿਹਾੜਾ ਦਰਬਾਰ ਸਾਹਿਬ ਦੇ ਵਿੱਚ ਕਦੇ ਮਨਾਇਆ ਗਿਆ ਹੋਵੇ, ਆਈ ਚੈਲੰਜ ਇਟ। ਔਰ ਉਹਨਾਂ ਨੂੰ ਉੱਥੋਂ ਦਰਬਾਰ ਸਾਹਿਬ ਤੋਂ ਇਹ ਕਹਿ ਕੇ ਕਿ ਬੰਦਾ ਗੰਦਾ ਹੋ ਗਿਆ, ਕਿਹਨੇ ਕਿਹਾ? ਇਹ ਤੁਹਾਡੀ ਸੋਚ ਹੋ ਸਕਦੀ ਹੈ। ਨਹੀਂ ਦੇਖੋ, ਇਹ ਟਾਈਮ ਬਰਬਾਦ ਕਰਨ ਵਾਲੀ ਗੱਲ ਹੈ, ਬੜੇ ਟਾਈਮ ਬਰਬਾਦ ਹੋ ਰਿਹਾ ਹੈ। ਡਰਾਲੇ ਦੇ ਉੱਤੇ ਗੱਲ ਹੋ ਰਹੀ ਹੈ ਔਰ ਤੁਸੀਂ ਬੰਦਾਈ ਖਾਲਸਾ ਜਾ ਰਹੇ ਹੋ। ਖਾਲਸਾ ਦੋ ਬਣੇ ਸੀ, ਲੇਕਿਨ ਇਹਨੇ ਮੈਂ ਖਤਮ ਨਹੀਂ ਕਰੋ, ਇਹਨਾਂ ਨੇ ਬੰਦਾਈ ਖਾਲਸਾ ਦੇ ਜਵਾਬ ਦੇ ਲੰਬਾ ਸਾਹਿਬ ਮੇਰੀ ਗੱਲ ਦਾ ਜਵਾਬ ਦੇ। ਤੁਸੀਂ ਕਹਿੰਦੇ ਮੇਰੀ ਗੱਲ ਮੇਰੀ ਗੱਲ ਬੰਦਾ ਸਿੰਘ ਬਹਾਦਰ ਸੁਣੇ ਬੰਦਾ ਬਹਾਦਰ, ਤੁਸੀਂ ਕਹਿ ਰਹੇ ਹੋ ਬੰਦਾ ਬਹਾਦਰ ਅਖੀਰੀ ਬੰਦਾਈ ਖਾਲਸਾ। 5 ਸੈਕਿੰਡ ਦੇ ਸੱਚੀ ਗੱਲ ਤਾਂ ਮੰਨੋ ਨਾ, ਦੇਖੋ ਪ੍ਰੋਫੈਸਰ ਸਾਹਿਬ ਤੁਸੀਂ ਸੱਚੀ ਗੱਲ ਤਾਂ ਮੰਨੋ ਨਾ, ਦੇਖੋ ਮਸਲੇ ਤਾਂ ਹੋ ਸਕਦੇ ਆ। ਮੌਜੂਦ ਹੈ ਬੰਦਾ ਬਹਾਦਰ ਨੂੰ ਨਹੀਂ ਖਾਲਸਾ ਬੰਦਾਈ ਖਾਲਸਾ ਦੋ ਬਣੇ ਸੀ। 10 ਸੈਕਿੰਡ ਮੈਂ ਤੁਹਾਨੂੰ ਦਿੰਦਾ, ਤੁਸੀਂ ਆਪਣਾ ਫਾਈਨਲ ਦੇ ਦਿਓ। ਲਓ ਜੀ ਦੇਖੋ ਗੱਲ ਇਹ ਹੈ, ਬੰਦਾ ਬਹਾਦਰ ਨਾਲ, ਬਾਬਾ ਦੀਪ ਸਿੰਘ ਜੀ ਨਾਲ ਔਰ ਇਹੋ ਜਿਹੇ ਵੱਡੇ ਮਹਾਨ ਸ਼ਖਸੀਅਤਾਂ ਨਾਲ ਮੇਚ ਕਰਨਾ ਉਹਨਾਂ ਨਾਲ ਬੇਇਨਸਾਫੀ ਹੈ। ਪਿੰਡਾਂ ਵਾਲਾ ਸਾਹਿਬ ਨੂੰ ਚੁੱਕਣਾ ਤਾਂ ਗੱਲ। ਭਗਤ ਸਿੰਘ ਜੀ ਦੇਖੋ, ਬੰਦਾ ਸਿੰਘ ਬਹਾਦਰ ਔਰ ਇਸੇ ਤਰ੍ਹਾਂ ਨਵਾਬ ਕਪੂਰ ਸਿੰਘ ਆਹਲੂਵਾਲੀਆ ਸਾਡੇ ਸਰਦਾਰ ਸ਼ਾਨ ਸਿੰਘ ਬਰਾਬਰ ਨੇ, ਬਲਕਿ ਉਹਨਾਂ ਦੇ ਕਦਮਾਂ ਤੇ ਅਜੋਕੇ ਯੁੱਗ 'ਚ ਚੱਲ ਕੇ ਉਹਨਾਂ ਵਿਖਾਇਆ। ਠੀਕ ਹੈ, ਕੰਟੈਂਪਰੇਰੀ ਹਾਲਾਤ ਦੇ ਹਿਸਾਬ ਨਾਲ ਮੈਂ ਇਹ ਕਹਿ ਸਕਦਾ, ਜਿਸ ਨੇ ਹਰਮੰਦਰ ਸਾਹਿਬ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਫ਼ਜ਼ਨ ਇਨੀ ਕੀ ਕਿਰਪਾ ਕਿ ਸਜੇ ਹਮੇ ਨਹੀਂ ਮੌਸੋਂ ਗਰੀਬ ਕਰੋੜ ਪਰੇ। ਗੁਰੂ ਗੋਬਿੰਦ ਸਿੰਘ ਦੇ 10 ਸੈਕਿੰਡ ਹੋ ਗਏ, ਦੇ ਦਿਓ ਗੁਰੂ ਗੋਬਿੰਦ ਤੁਹਾਡੇ 10 ਸੈਕਿੰਡ ਹੋ ਗਏ। ਇੱਕ ਮਿੰਟ, ਮੈਂ ਕਹਿੰਦਾ ਜੀ ਮੇਰੇ 10 ਸੈਕਿੰਡ ਮੇਰੇ ਨਹੀਂ ਆ ਸਕਦੇ। ਗੱਲ ਨਹੀਂ, ਗੱਲ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਸਾਹਿਬ 'ਚ ਨਹੀਂ ਗਏ। ਮੈਂ 10 ਸੈਕਿੰਡ ਦੇ ਦਿਓ। ਉਹਨਾਂ ਨੇ ਹਾਲੋਕਾਸਟ ਮਿਊਜ਼ੀਅਮ ਸਾਰੇ ਯੂਰਪ ਵਿੱਚ ਬਣੇ ਆ, ਅਮਰੀਕਾ 'ਚ ਬਣੇ ਆ। ਕਦੀ ਇਹ ਜਰਮਨੀ ਸਰਕਾਰ ਨੂੰ ਨਹੀਂ ਅਧਿਕਾਰ ਹੈ, ਨਾ ਨਾਜ਼ੀਆਂ ਨੇ ਉਹਨਾਂ ਨੂੰ ਰਾਏ ਦੇਣ। ਤੁਹਾਡੀ ਰਾਏ ਨਹੀਂ ਚਾਹੀਦੀ ਕਿਹੜੇ ਸਿੱਖ ਉੱਤੇ ਕਿਹਦੀ ਲਾਣ ਕਿ ਕਿਹਦੀ ਨਾ ਲਾਣ, ਇਹ ਸਿੱਖਾਂ ਦਾ ਮਾਮਲਾ ਹੈ, ਸਿੱਖ ਡਿਸਾਈਡ ਕਰਨਗੇ। ਜਰਨੈਲ ਸਿੰਘ ਦੀਆਂ ਸਾਰੀਆਂ ਲਿਖਤਾਂ ਮੌਜੂਦ ਹੈ, ਹਰ ਲਿਖਤ ਮੌਜੂਦ ਹੈ। ਤੁਸੀਂ ਉਹਨਾਂ ਦੀਆਂ ਲਿਖਤਾਂ ਦੇ ਮੁਕਾਬਲੇ ਲੈ ਕੇ ਕੋਈ ਕੇਸ ਦਰਜ ਕਰੋ, ਅੱਜ ਵੀ ਦਰਜ ਕਰੋ, ਪਬਲਿਕ ਕਮਿਸ਼ਨ ਬਣਾਓ। ਖਾਲੀ ਹਵਾ ਦੇ ਵਿੱਚ ਕਿਸੇ ਨੂੰ ਚੈਲੰਜ ਕਰੀ ਜਾਣਾ, ਕਰੀ ਜਾਣਾ, ਇਹਦਾ ਕੋਈ ਹੱਲ ਨਹੀਂ ਨਿਕਲੇਗਾ। ਕਿਤੇ ਨਾ ਕਿਤੇ ਲਾਂਬਾ ਸਾਹਿਬ ਨੇ ਆਪਣੀ ਗੱਲ ਦੇ ਵਿੱਚ ਇੱਕ ਪੁਆਇੰਟ ਕਿਹਾ ਜਿਹਦੇ ਨਾਲ ਕਿ ਮੈਂ ਬਿਲਕੁਲ ਇਤਫਾਕ ਨਹੀਂ ਰੱਖਦਾ, ਲੇਕਿਨ ਇਹ ਤੁਹਾਨੂੰ ਦੱਸਦੀ ਹੈ ਵੀ ਇਸ ਡਿਸਕਸ਼ਨ ਵਿੱਚ ਸਾਡੀ ਗੱਲਬਾਤ ਦੇ ਵਿੱਚ ਕੁਝ ਪਾਰਟ ਐਸਾ ਹੋ ਸਕਦਾ ਜਿਹਦੇ ਨਾਲ ਕਿ ਤੁਹਾਡੀ ਸ਼ਾਇਦ ਜਿਹੜੀ ਨਿੱਜੀ ਰਾਏ ਹੈਗੀ ਉਹ ਮੇਲ ਨਾ ਖਾਂਦੀ ਹੋਵੇ, ਲੇਕਿਨ ਇਹ ਕਾਫੀ ਕਲੀਅਰ ਮਸਲਾ ਹੈਗਾ ਵੀ ਇੱਥੇ ਇੱਕ ਬਹੁਤ ਜ਼ਿਆਦਾ ਮਤਭੇਦ ਹੈਗੇ ਨੇ ਪੰਜਾਬ ਦੀ ਕਮਿਊਨਿਟੀ ਦੇ ਵਿੱਚ, ਤੇ ਕਿਤੇ ਨਾ ਕਿਤੇ ਇਹ ਮਤਭੇਦਾਂ ਲਈ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਸਾਡੀ ਲੀਡਰਸ਼ਿਪ ਦੀ ਹੈ, ਜੋ ਕਿ ਇਹਨਾਂ ਮਤਭੇਦਾਂ ਨੂੰ ਕਦੇ ਰਿਜ਼ੋਲਵ ਨਹੀਂ ਕਰ ਪਾਈ, ਇਹ ਕਦੀ ਰੀਕਨਸਾਈਲ ਨਹੀਂ ਕੀਤਾ ਗਿਆ। ਅੱਜ ਵੀ ਇਹ ਕਹਿ ਪਾਣਾ ਮੁਸ਼ਕਿਲ ਹੈ, ਤੇ ਬਾਰ-ਬਾਰ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਵੀ ਸਿੱਖਾਂ ਦਾ ਅੰਦਰੂਨੀ ਮਾਮਲਾ ਹੈਗਾ, ਉੱਥੇ ਕਿਤੇ ਨਾ ਕਿਤੇ ਆਬਜੈਕਸ਼ਨ ਸੰਭਵ ਹੈਗਾ, ਕਿਉਂਕਿ ਸਿਰਫ ਸਿੱਖ ਹੀ ਨਹੀਂ ਬਲਕਿ ਪੂਰੀ ਆਵਾਮ, ਪੂਰੀ ਹਿੰਦੁਸਤਾਨ ਦੀ ਉਹ ਜਨਤਾ ਜਿਨ੍ਹਾਂ ਨੇ ਕਿ 1984 ਦੇ ਵਿੱਚ ਉਹ ਪੂਰਾ ਘਟਨਾਕ੍ਰਮ ਸੁਣਿਆ ਜਾਂ ਟੈਲੀਵਿਜ਼ਨ ਜਾਂ ਅਖਬਾਰਾਂ ਦੀ ਮਦਦ ਨਾਲ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਹਨਾਂ ਪ੍ਰਤੀ ਵੀ ਕੋਈ ਜਵਾਬਦੇਹੀ ਹੈ, ਤੇ ਉਹਨਾਂ ਨੂੰ ਵੀ ਇਹ ਸਮਝਾਉਣਾ ਉਨਾ ਹੀ ਜ਼ਰੂਰੀ ਹੈ ਵੀ ਸੰਤ ਜਰਨੈਲ ਸਿੰਘ ਪਿੰਡਾਲਾ ਦੀ ਅਸਲੀ ਭੂਮਿਕਾ ਉਸ ਦੌਰਾਨ ਕੀ ਰਹੀ ਤੇ ਕਿਹਦੀਆਂ ਗਲਤੀਆਂ ਰਹੀਆਂ। ਇਹ ਸਾਰੀਆਂ ਚੀਜ਼ਾਂ ਸਭ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ। ਸਿਰਫ ਅੰਦਰੂਨੀ ਮਾਮਲਾ ਕਹਿ ਕੇ ਇਸ ਮਾਮਲੇ ਤੋਂ ਕਿਤੇ ਵੀ ਅਸੀਂ ਜਸਟਿਸ ਨਹੀਂ ਕਰ ਪਾਵਾਂਗੇ। ਘੱਟੋ ਘੱਟ ਸੰਤ ਜਰਨੈਲ ਸਿੰਘ ਪਿੰਡਾਲਾ ਦੀ ਸ਼ਖਸੀਅਤ ਜਿਨ੍ਹਾਂ ਦੇ ਨਾਲ ਜਸਟਿਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੀਪੀਸੀ ਵੱਲੋਂ ਜਾਂ ਹੋਰ ਕਈ ਕਾਰਨਰਸ ਵੱਲੋਂ, ਦਮਦਮੀ ਟਕਸਾਲ ਵੱਲੋਂ, ਉਹਨਾਂ ਨਾਲ ਤਾਂ ਜਸਟਿਸ ਘੱਟੋ ਘੱਟ ਨਹੀਂ ਹੋ ਸਕਦਾ। ਇਹ ਡਿਸਕਸ਼ਨ ਤੁਹਾਨੂੰ ਕਿਹੋ ਜਿਹੀ ਲੱਗੀ, ਇਸ ਬਾਰੇ ਆਪਣੇ ਵਿਚਾਰ ਸਾਨੂੰ ਜ਼ਰੂਰ ਲਿਖੋ। ਸਾਡਾ ਪਤਾ ਹੈ ਖਬਰਸਾਰ, ਜ਼ੀ ਪੰਜਾਬੀ, ਪੋਸਟ ਬੈਗ ਨੰਬਰ 4599, ਹੌਸ ਖਾਸ ਨਵੀਂ ਦਿੱਲੀ 110016। ਸਾਡਾ ਵੈਬਸਾਈਟ ਐਡਰੈਸ ਹੈ www.zpunjabi.com। ਲੈਣੇ ਇਜਾਜ਼ਤ, ਇੱਕ ਹੋਰ ਚਰਚਾ ਲੈ ਕੇ ਫੇਰ ਹਾਜ਼ਰ ਹੋਵਾਂਗੇ।